ਹੈਲੋ ਫਰੈਂਡ। ਦਰਿਆ ਦੇ ਬੇਟ ਦੇ ਪਛੜੇ ਇਲਾਕੇ ਦੇ ਪਿੰਡ ਵਿੱਚ ਸਰਕਾਰੀ ਡਿਸਪੈਂਸਰੀ ਦਾ ਇੱਕ 25 ਕੁ ਸਾਲਾਂ ਦਾ ਡਾਕਟਰ ਮਰੀਜ਼ ਦੇਖ ਰਿਹਾ ਹੈ। ਉਲਟੀਆਂ ਤੇ ਸਿਰ ਦਰਦ ਦੇ ਮਰੀਜ਼ ਦਾਰੇ ਨੂੰ ਸ਼ਰਾਬ ਪੀਣ ਬਾਰੇ ਪੁੱਛਣ ਤੇ ਉਹ ਡਾਕਟਰ ਨੂੰ ਦੱਸਦਾ ਹੈ ਕਿ ਰਾਤੀ ਇੱਕ ਪ੍ਰਾਹੁਣੇ ਦੇ ਆਉਣ ਤੇ ਉਸਨੇ ਸ਼ਰਾਬ ਵੀ ਪੀਤੀ ਸੀ ਤੇ ਕੁੱਕੜ ਵੀ ਖਾਧਾ ਸੀ। ਡਾਕਟਰ ਉਸ ਦੁਆਰਾ ਕਰਵਾਰ ਸ਼ਰਾਬ ਨਾ ਪੀਣ ਦੀ ਸਹੁੰ ਨੂੰ ਤੋੜਨ ਕਰਕੇ ਦਵਾਈ ਦੇਣ ਤੋਂ ਇਨਕਾਰ ਕਰਦਾ ਹੈ, ਪਰੰਤੂ ਉਸ ਦੁਆਰਾ ਫਿਰ ਰਹੇ ਖਾਣ ਤੇ ਉਹ ਉਸਨੂੰ ਦਵਾਈ ਦੀ ਪਰਚੀ ਦੇ ਦਿੰਦਾ ਹੈ। ਉਹ ਡਾਕਟਰ ਨੂੰ ਦੱਸਦਾ ਹੈ ਕਿ ਉਸਦੀ ਬਹੁਤੀ ਜ਼ਮੀਨ ਨਹੀਂ ਤੇ ਉਹ ਵੀ ਦਰਿਆ ਦੀ ਮਾਰ ਹੇਠ ਹੈ। ਉਸ ਇਲਾਕੇ ਵਿੱਚ ਝਾੜ ਬੁਝੇ ਦੀ ਬਹੁਤਾਤ ਹੋਣ ਕਰਕੇ 4 ਬੋਤਲਾਂ ਸ਼ਰਾਬ ਵੇਚਣ ਲਈ ਤੇ ਪੀਣ ਲਈ ਕੱਢ ਲੈਂਦੇ ਹਨ ਤੇ ਮਾੜੇ ਰਾਹਾਂ ਕਰਕੇ ਪੁਲਿਸ ਉਹਨਾਂ ਤੱਕ ਪਹੁੰਚਦੀ ਨਹੀਂ। ਜੇ ਪਹੁੰਚ ਵੀ ਜਾਵੇ ਤਾਂ ਉਹ ਦਰਿਆ ਪਾਰ ਕਰਕੇ ਝਟਪਟ ਦੂਜੇ ਪਾਸੇ ਜਾ ਪਹੁੰਚਦੇ ਹਨ। ਕੰਪਾਊਂਡਰ ਕਰਮਚੰਦ ਤੋਂ ਦਵਾਈ ਲੈਣ ਪਿੱਛੋਂ ਘਰ ਆਏ ਪ੍ਰਾਹੁਣੇ ਨੂੰ ਵੀ ਬਿਮਾਰ ਦੱਸ ਕੇ ਉਸ ਸ਼ੀਸ਼ੀ ਵਿੱਚ ਡਾਕਟਰ ਤੋਂ ਅਖਵਾ ਕੇ ਹੋਰ ਦਵਾਈ ਪਵਾ ਲੈਂਦਾ ਹੈ। ਨਾਲ ਹੀ ਡਾਕਟਰ ਦੇ ਸੂਬੇ ਤੋਂ ਡਰਦੇ ਆਏ 10 ਤੋਂ 12 ਸਾਲ ਦੇ ਮੁੰਡੇ ਛਿੰਦੇ ਦੀ ਮਾਂ ਡਾਕਟਰ ਨੂੰ ਉਸਦੇ ਢਿੱਡ ਉੱਤੇ ਹੋਈ ਪੱਥਰ ਦਿਖਾਉਂਦੀ। ਡਾਕਟਰ ਕਹਿੰਦਾ ਹੈ ਕਿ ਹਰ ਰੋਜ਼ ਨਾ ਨਹਾਉਣ ਕਰਕੇ ਉਸਨੂੰ ਇਹ ਬਿਮਾਰੀ ਹੋਈ ਹੈ। ਜਦੋਂ ਉਸਦੀ ਮਾਂ ਦੱਸਦੀ ਹੈ ਕਿ ਉਹ ਨਹਾਉਣ ਤੋਂ ਬਹੁਤ ਡਰਦਾ ਹੈ ਤਾਂ ਡਾਕਟਰ ਕਹਿੰਦਾ ਹੈ ਕਿ ਜੇਕਰ ਉਹ ਨਹਾਵੇਗਾ ਨਹੀਂ ਤਾਂ ਉਹ ਉਸਤੇ ਵੱਡਾ ਸੁਆਲ ਲਾ ਦੇਵੇਗਾ। ਇਹ ਸੁਣ ਕੇ ਸੂਬੇ ਤੋਂ ਪਹਿਲਾਂ ਹੀ ਡਰ ਰਿਹਾ ਛਿੰਦਾ ਉੱਥੇ ਦੌੜ ਜਾਂਦਾ ਹੈ। ਜਦੋਂ ਦਾਰਾ ਉਸਨੂੰ ਫੜ ਕੇ ਲਿਆਉਂਦਾ ਹੈ ਤਾਂ ਮੌਕਾ ਦੇਖ ਕੇ ਉਹ ਫਿਰ ਦੌੜ ਜਾਂਦਾ ਹੈ। ਡਾਕਟਰ ਕਹਿੰਦਾ ਹੈ ਕਿ ਉਹ ਸੂਏ ਤੋਂ ਤਾਂ ਉਸਨੂੰ ਐਵੇਂ ਹੀ ਡਰਾਉਂਦਾ ਸੀ। ਉਸਦੇ ਲਿਖੇ ਅਨੁਸਾਰ ਪਾਰੋ ਕੰਪਾਊਂਡਰ ਤੋਂ ਮਲਮ ਲੈ ਕੇ ਚਲੀ ਜਾਂਦੀ ਹੈ। ਹੁਣ 5:30 ਵੱਜ ਗਏ ਸਨ। ਡਾਕਟਰ ਦੇ ਪੁੱਛਣ ਤੇ ਕਰਮਚੰਦ ਦੱਸਦਾ ਹੈ ਕਿ ਕੋਈ ਹੋਰ ਮਰੀਜ਼ ਨਹੀਂ। ਅਸਲ ਵਿੱਚ ਕਰਮਚੰਦ ਡਿਸਪੈਂਸਰੀ ਬੰਦ ਹੋਣ ਦੇ ਸਮੇਂ 5 ਵਜੇ ਹੀ ਕੰਮ ਖਤਮ ਕਰਨ ਦੀ ਨੀਅਤ ਨਾਲ ਮਰੀਜ਼ਾਂ ਨੂੰ ਬਾਹਰ ਹੀ ਵਾਪਸ ਭੇਜਣੇ ਸ਼ੁਰੂ ਕਰ ਦਿੰਦਾ ਸੀ। ਜਦੋਂ ਡਾਕਟਰ ਤੇ ਕਰਮਚੰਦ ਡਿਸਪੈਂਸਰੀ ਬੰਦ ਕਰਨ ਲਈ ਬਾਹਰ ਨਿਕਲਦੇ ਹਨ ਤਾਂ ਦਾਰੇ ਸਮੇਤ ਕੁਝ ਪੇਂਡੂ ਸੱਪ ਦੇ ਡੰਗੇ ਇੱਕ ਬੇਹੋਸ਼ ਆਦਮੀ ਨੂੰ ਮੰਜੇ ਤੇ ਪਾਈ ਚੁੱਕੀ ਆਉਂਦੇ ਹਨ। ਉਸਦੀ ਪਤਨੀ ਨਾਲੋਂ ਉੱਚੀ ਵਿਰਲਾਪ ਕਰ ਰਹੀ ਹੈ। ਡਾਕਟਰ ਡੰਗ ਵਾਲੀ ਥਾਂ ਤੇ ਚੀਰਾ ਦੇ ਕੇ ਡਿਸਪੈਂਸਰੀ ਵਿੱਚ ਫਸ ਜਾਣ ਕਰਕੇ ਬੁੜ ਕਰਦੇ ਕਰਮਚੰਦ ਨੂੰ ਪੋਟਾਸ਼ੀਅਮ ਪਰਮੈਂਗਨੇਟ ਲਿਆਉਣ ਲਈ ਕਹਿੰਦਾ ਹੈ। ਕਰਮਚੰਦ ਕਹਿੰਦਾ ਹੈ ਕਿ ਉਸਨੂੰ ਦਰਾਜ ਦੀ ਚਾਬੀ ਨਹੀਂ ਮਿਲ ਰਹੀ। ਸੰਤਾ ਕਰਮਚੰਦ ਦੇ ਲਾਲਚੀ ਤੇ ਰਿਸ਼ਵਤਖੋਰ ਸੁਭਾਅ ਨੂੰ ਜਾਣਦਾ ਹੋਣ ਕਰਕੇ ਉਸਨੂੰ ਇੱਕ ਪਾਸੇ ਕਰਕੇ ਪਹਿਲਾਂ 10 ਰੁਪਏ ਦਿੰਦਾ ਹੈ, ਪਰੰਤੂ ਉਸਦੇ ਸਵੀਕਾਰ ਨਾ ਕਰਨ ਤੇ ਉਸਨੂੰ ਹੋਰ ਪੈਸੇ ਦਿੰਦਾ ਹੈ। ਫਿਰ ਉਹ ਚਾਬੀ ਲੱਭ ਗਈ ਦੱਸ ਕੇ ਡਾਕਟਰ ਨੂੰ ਪੋਟਾਸ਼ੀਅਮ ਪਰਮੈਂਗਨੇਟ ਦਿੰਦਾ ਹੈ। ਦਾਰੇ ਦੇ ਪੁੱਛਣ ਤੇ ਡਾਕਟਰ ਦੱਸਦਾ ਹੈ ਕਿ ਇੱਕ ਟੀਕਾ ਇਸਦਾ ਸ਼ਰਤੀਆ ਇਲਾਜ ਹੈ। ਜੇ ਉਹ ਮਰੀਜ਼ ਨੂੰ ਫੌਰਨ ਲੱਗ ਜਾਵੇ ਤਾਂ ਖਤਰਾ ਬਹੁਤ ਘਟ ਜਾਂਦਾ ਹੈ, ਪਰ ਇਹਨਾਂ ਅੱਛੀਆਂ ਦਵਾਈਆਂ ਲਈ ਫਰਿੱਜਾਦੇ ਦੀ ਜ਼ਰੂਰਤ ਹੁੰਦੀ ਹੈ। ਇਹ ਪ੍ਰਬੰਧ ਪਿੰਡਾਂ ਵਿੱਚ ਨਹੀਂ। ਨਾਲ ਹੀ ਕੀਮਤੀ ਦਵਾਈਆਂ ਪਿੰਡਾਂ ਤੱਕ ਨਹੀਂ ਪਹੁੰਚਦੀਆਂ ਤੇ ਸ਼ਹਿਰਾਂ ਵਿੱਚ ਹੀ ਰਹਿ ਜਾਂਦੀਆਂ ਹਨ। ਇਹ ਸੁਣ ਕੇ ਦਾਰਾ ਕਹਿੰਦਾ ਹੈ ਕਿ ਸ਼ਹਿਰਾਂ ਵਿੱਚ ਦੂਜੀ ਨਸਲ ਦੇ ਸੱਪ ਹੁੰਦੇ ਹਨ, ਜਿਨ੍ਹਾਂ ਦਾ ਡੰਗਿਆ ਬੰਦਾ ਪਾਣੀ ਵੀ ਨਹੀਂ ਮੰਗਦਾ। ਉਹ ਕਰਮਚੰਦ ਨੂੰ ਵੀ ਇੱਕ ਸੱਪ ਹੀ ਸਮਝਦਾ ਹੈ। ਇੰਨੇ ਨੂੰ ਬੂਟਾ ਮਹਿਰਾ ਆਉਂਦਾ ਹੈ ਜੋ ਡਾਕਟਰ ਦੀ ਰੋਟੀ ਬਣਾਉਣ ਦਾ ਕੰਮ ਕਰਦਾ ਹੈ। ਉਹ ਡਾਕਟਰ ਲਈ ਚਾਹ ਲਿਆਉਂਦਾ ਹੈ। ਡਾਕਟਰ ਮਰੀਜ਼ ਦੀ ਹਾਲਤ ਵਿਗੜਦੀ ਦੇਖ ਕੇ ਉਸਨੂੰ ਸ਼ਹਿਰ ਵੱਡੇ ਹਸਪਤਾਲ ਵਿੱਚ ਲਿਜਾਣ ਲਈ ਕਹਿੰਦਾ ਹੈ। ਦਾਰੇ ਤੇ ਸੰਤੇ ਦੀ ਗੱਲ ਸੁਣ ਕੇ ਡਾਕਟਰ ਸਮਝਦਾ ਹੈ ਕਿ ਉਹਨਾਂ ਨੂੰ ਸ਼ਹਿਰ ਪਹੁੰਚਦਿਆਂ 5-6 ਘੰਟੇ ਲੱਗ ਜਾਣਗੇ। ਤਦ ਤੱਕ ਮਰੀਜ਼ ਦੇ ਬਚਣ ਦੀ ਉਮੀਦ ਨਹੀਂ ਸੀ। ਇੰਨੇ ਨੂੰ ਦਾਰਾ ਆਪਣੇ ਨਾਲ ਲਿਆਂਦੀ ਜੋਗਨ ਬਾਰੇ ਦੱਸਦਾ ਹੈ, ਜੋ ਸੱਪ ਲੜੇ ਦਾ ਇਲਾਜ ਕਰਦੀ ਸੀ। ਉਹ ਡਾਕਟਰ ਤੋਂ ਆਗਿਆ ਲੈ ਕੇ ਉਸਨੂੰ ਬੁਲਾਉਂਦਾ ਹੈ। ਜੋਗਨ ਦਾ ਨਾਂ ਨਹੀਂ ਹੈ। ਉਸਨੇ ਲਾਲ ਰੰਗ ਦੀ ਕਮੀਜ਼ ਤੇ ਜੋਗੀਆ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਉਸਦੇ ਕੰਨਾਂ ਵਿੱਚ ਵੱਡੀਆਂ ਚਾਂਦੀ ਦੀਆਂ ਵਾਲੀਆਂ ਤੇ ਗਲ ਵਿੱਚ ਵੀ ਮਣਕਿਆਂ ਵਾਲੀ ਮਾਲਾ ਹੈ। ਉਸ ਕੋਲ ਭਗਵੇਂ ਰੰਗ ਦੀ ਗੰਧ ਵਿੱਚ ਸੱਪਾਂ ਵਾਲੀਆਂ ਟੋਕਰੀਆਂ ਤੇ ਗਲ ਵਿੱਚ ਬੀਨ। ਡਾਕਟਰ ਦੇ ਪੁੱਛਣ ਤੇ ਉਹ ਦੱਸਦੀ ਹੈ ਕਿ ਉਸਦਾ ਬਾਪ ਸਪੇਰਾ ਸੀ, ਜੋ ਸੱਪ ਲੜੇ ਦਾ ਸ਼ਰਤੀਆ ਇਲਾਜ ਕਰਦਾ ਸੀ। ਪਿਛਲੇ ਸਾਲ ਉਸਦੇ ਮਰਨ ਮਗਰੋਂ ਉਸਨੇ ਉਸਦਾ ਕੰਮ ਸੰਭਾਲ ਲਿਆ ਹੈ। ਉਸਦਾ ਕੋਈ ਭਰਾ ਨਹੀਂ ਤੇ ਮਾਂ ਵੀ ਛੋਟੀ ਹੁੰਦੀ ਮਰ ਗਈ ਸੀ। ਉਸਨੇ ਦੱਸਿਆ ਕਿ ਉਹ ਸੱਪ ਦੀ ਜ਼ਹਿਰ ਮੂੰਹ ਨਾਲ ਚੂਸ ਲਵੇਗੀ ਤੇ ਨਾਲ ਹੀ ਉਸ ਕੋਲ ਜੁੜੀਆਂ ਬੂਟੀਆਂ ਹਨ।
ਕਰਮਚੰਦ ਉਸਨੂੰ ਆਪਣਾ ਇਲਾਜ ਕਰਨ ਤੋਂ ਰੋਕਦਾ ਹੈ, ਪਰੰਤੂ ਡਾਕਟਰ ਉਸਨੂੰ ਆਗਿਆ ਦੇ ਦਿੰਦਾ ਹੈ। ਨਰੀ ਡਾਕਟਰ ਦੀ ਬੰਨੀ ਪੱਟੀ ਖੋਲ ਕੇ ਜ਼ਖਮ ਵਿੱਚੋਂ ਮੂੰਹ ਨਾਲ ਜ਼ਹਿਰ ਚੂਸਦੀ ਤੇ ਬਾਹਰ ਸੁੱਟਦੀ ਜਾਂਦੀ ਹੈ। ਇੱਕ ਅਜਿਹਾ ਕਰਨ ਮਗਰੋਂ ਉਸਨੇ ਮਰੀਜ਼ ਦੇ ਮੂੰਹ ਵੱਲ ਦੇਖ ਕੇ ਕਿਹਾ ਕਿ ਉਹ ਹੁਣ ਠੀਕ ਹੋ ਰਿਹਾ ਹੈ। ਡਾਕਟਰ ਵੀ ਨਾਮ ਨੂੰ ਕਹਿੰਦਾ ਹੈ ਕਿ ਉਸਦਾ ਜੀਤਾ ਬਚ ਗਿਆ ਹੈ। ਉਹ ਨੂਰੀ ਨੂੰ ਜੱਫੀ ਵਿੱਚ ਲੈ ਕੇ ਹੋਣ ਲੱਗਦੀ ਹੈ। ਸਾਰੇ ਨੂਰੀ ਨੂੰ ਅਸੀਸ ਦਿੰਦੇ ਹਨ। ਕਰਮਚੰਦ ਉਸਨੂੰ ਕੋਈ ਇਨਾਮ ਦੇਣ ਲਈ ਕਹਿੰਦਾ ਹੈ, ਪਰ ਨੂਰੀ ਨਾਲ ਦੁਆਰਾ ਦਿੱਤੀਆਂ ਵਾਲੀਆਂ ਤੇ ਚੁੰਨੀ ਲੈਣ ਤੋਂ ਨਾ ਕਰ ਦਿੰਦੀ ਹੈ। ਉਹ ਕਹਿੰਦੀ ਹੈ ਕਿ ਆਪਣੇ ਇਲਾਜ ਦੇ ਪੈਸੇ ਨਾ ਲੈਣਾ ਉਹਨਾਂ ਦੇ ਪੇਸ਼ੇ ਦਾ ਅਸੂਲ ਹੈ। ਇਸ ਸਮੇਂ ਦਾਰਾ ਕਰਮਚੰਦ ਦੀ ਲਾਲਚੀ ਰੁਚੀ ਉੱਤੇ ਵਿਅੰਗ ਕਰਦਾ ਹੈ ਤੇ ਉਹ ਦਾਰੇ ਨੂੰ ਉੱਥੋਂ ਚਲੇ ਜਾਣ ਲਈ ਕਹਿੰਦਾ ਹੈ। ਡਾਕਟਰ ਦੇ ਕਹਿਣ ਤੇ ਪੇਂਡੂ ਬੰਦੇ ਜੀਤੇ ਦੀ ਮੰਜੀ ਲੈ ਜਾਂਦੇ ਹਨ। ਉਹਨਾਂ ਦੇ ਜਾਣ ਪਿੱਛੋਂ ਡਾਕਟਰ ਨੂਰੀ ਨੂੰ ਉਸਦਾ ਨਾਂ ਪੁੱਛਦਾ ਹੋਇਆ ਉਸ ਨਾਲ ਮੋਹ ਭਰੀਆਂ ਗੱਲਾਂ ਕਰਦਾ ਹੈ। ਬੂਟੇ ਦੇ ਕਹਿਣ ਉੱਤੇ ਉਹ ਬੈਂਚ ਉੱਤੇ ਬੈਠ ਜਾਂਦੀ ਹੈ। ਡਾਕਟਰ ਉਸਨੂੰ ਕਹਿੰਦਾ ਹੈ ਕਿ ਉਹ ਭਾਵੇਂ ਗਰੀਬ ਹੈ ਪਰ ਹੁਨਰ ਵਿੱਚ ਗਰੀਬ ਨਹੀਂ। ਡਾਕਟਰ ਦੇ ਪੁੱਛਣ ਤੇ ਉਹ ਦੱਸਦੀ ਹੈ ਕਿ ਉਸਦਾ ਕੋਈ ਥਾਂ ਟਿਕਾਣਾ ਨਹੀਂ, ਉਹ ਘੁੰਮਦੀ ਰਹਿੰਦੀ ਹੈ। ਉਹ ਕਹਿੰਦੀ ਹੈ ਕਿ ਆਪਣੇ ਕੋਲ ਸੱਪ ਹੋਣ ਕਰਕੇ ਉਹ ਆਦਮੀਆਂ ਤੋਂ ਨਹੀਂ ਡਰਦੀ। ਉਸਨੇ ਦੱਸਿਆ ਕਿ ਉਹ ਨਿੱਕੀ ਹੁੰਦੀ ਹੈ ਆਪਣੇ ਬਾਪ ਨਾਲ ਸੱਪ ਫੜਨ ਜਾਂਦੀ ਹੁੰਦੀ ਸੀ। ਉਹ ਕਹਿੰਦੀ ਹੈ ਕਿ ਉਹ ਉਹਨਾਂ ਦੀ ਰਸੋਈ ਲਾਗੇ ਲੱਕੜਾਂ ਵਿੱਚ ਵੜੇ ਸੱਪ ਨੂੰ ਫੜ ਸਕਦੀ ਹੈ, ਪਰ ਉਹ ਇਸ ਕੰਮ ਦੇ ਪੈਸੇ ਲਵੇਗੀ ਕਿਉਂਕਿ ਇਹ ਉਸਦਾ ਪੇਸ਼ਾ ਹੈ। ਉਸਨੇ ਦੱਸਿਆ ਕਿ ਉਹ ਦਵਾਈ ਦੇ ਪੈਸੇ ਨਹੀਂ ਲਵੇਗੀ ਕਿਉਂਕਿ ਉਸਨੇ ਇਲਾਜ ਦੇ ਪੈਸੇ ਨਾ ਲੈਣ ਦੀ ਕਸਮ ਖਾਧੀ ਸੀ, ਜਿਸ ਨੂੰ ਉਹ ਤੋੜ ਨਹੀਂ ਸਕਦੀ। ਉਹ ਦੱਸਦੀ ਹੈ ਕਿ ਉਸਦੀ ਮੁੰਦਰੀ ਵਿੱਚ ਜਿਹੜਾ ਨਗ ਹੈ ਇਹ ਉਸਦੇ ਬਾਪ ਨੂੰ ਉਸਦੇ ਬਾਪ ਨੇ ਦਿੱਤਾ ਸੀ, ਜਦੋਂ ਬਾਪ ਨੇ ਮਰਨ ਸਮੇਂ ਉਸਨੂੰ ਇਹ ਜੜੀ ਬੂਟੀ ਦਿੰਦਿਆਂ ਕਸਮ ਖੁਆਈ ਸੀ। ਇਸ ਮੁੰਦਰੀ ਵਿੱਚ ਨਗ ਉਸਨੂੰ ਖਾਧੀ ਹੋਈ ਕਸਮ ਦੀ ਯਾਦ ਦਿਵਾਉਂਦਾ ਹੈ। ਡਾਕਟਰ ਬੂਟਾ ਰਾਮ ਨੂੰ ਕਹਿੰਦਾ ਹੈ ਕਿ ਉਹ ਚਾਹੁੰਦਾ ਹੈ ਕਿ ਡਾਕਟਰਾਂ ਨੂੰ ਵੀ MBBS ਦੀ ਡਿਗਰੀ ਦੇ ਨਾਲ ਅਜਿਹੀ ਮੁੰਦਰੀ ਮਿਲਣੀ ਚਾਹੀਦੀ ਹੈ ਜਿਸ ਤੋਂ ਡਾਕਟਰ ਨੂੰ ਇਨਸਾਨੀਅਤ ਦਾ ਅਹਿਸਾਸ ਹੋਵੇ ਤੇ ਉਹ ਕਿਸੇ ਮਰੀਜ਼ ਦੀ ਛਿੱਲ ਨਾਲ ਲਾਵੇ। ਡਾਕਟਰ ਨੂੰ ਨੂਰੀ ਜਿੰਨੀ ਝੱਲੀ ਜਿਹੀ ਲੱਗਦੀ ਹੈ ਓਨੀ ਡੂੰਘੀ ਵੀ ਲੱਗਦੀ ਹੈ। ਆਪਣਾ ਬਰੀਫ ਕੇਸ ਚੁੱਕ ਕੇ ਤੁਰਨ ਲੱਗਾ ਡਾਕਟਰ ਬੂਟਾ ਰਾਮ ਨੂੰ ਕਹਿੰਦਾ ਹੈ ਕਿ ਉਹ ਕਰਮਚੰਦ ਨੂੰ ਕਹਿ ਕੇ ਡਿਸਪੈਂਸਰੀ ਦੇ ਬਾਹਰ ਨੁੱਕਰ ਵਾਲਾ ਕਮਰਾ ਨੂਰੀ ਦੇ ਰਹਿਣ ਲਈ ਖੁਲਵਾ ਦੇਵੇ। ਉਹ ਨੂਰੀ ਨੂੰ ਕਹਿੰਦਾ ਹੈ ਕਿ ਇਸ ਇਲਾਕੇ ਵਿੱਚ ਸੱਪਾਂ ਦੀ ਬਹੁਤ ਵੱਡੀ ਸਮੱਸਿਆ ਹੈ। ਉਸ ਕੋਲ ਬਹੁਤ ਹੀ ਕਮਾਲ ਦਾ ਹੁਨਰ ਹੈ। ਉਹ ਚਾਹੁੰਦਾ ਹੈ ਕਿ ਜਦੋਂ ਉਸ ਦੀ ਜ਼ਰੂਰਤ ਪਿਆ ਕਰੇ ਉਸ ਨੂੰ ਬੁਲਾ ਲਿਆ ਕਰਨ। ਉਹ ਕਹਿੰਦਾ ਹੈ ਕਿ ਬੱਚਿਆਂ ਦੇ ਸਕੂਲ ਦੇ ਦੁਆਲੇ ਬਹੁਤ ਸਾਰੇ ਸੱਪ ਹਨ, ਉਹ ਫੜਨੇ ਹਨ ਤਾਂ ਜੋ ਅੱਗੇ ਕਿਸੇ ਬੱਚੇ ਨੂੰ ਸੌਂਪ ਨਾ ਲੜੇ। ਡਾਕਟਰ ਦੇ ਜਾਣ ਪਿੱਛੇ ਕਰਮਚੰਦ ਨੂਰੀ ਨੂੰ ਕਹਿੰਦਾ ਹੈ ਕਿ ਉਹ ਸੁਦਾਇਣ ਹੈ ਜੋ ਇਲਾਜ ਦੇ ਪੈਸੇ ਨਹੀਂ ਲੈਂਦੀ। ਉਹ ਉਸਨੂੰ ਕਹਿੰਦਾ ਹੈ ਕਿ ਜਿਹੜੀਆਂ ਵਾਲੀਆਂ ਉਸਨੇ ਨਾਮੇ ਤੋਂ ਲੈਣ ਤੋਂ ਇਨਕਾਰ ਕੀਤਾ ਸੀ ਉਹ ਉਂਝ ਤੋਂ ਲੁਹਾ ਲਿਆਇਆ ਹੈ। ਨੂਰੀ ਇਸ ਨੂੰ ਪਾਪ ਕਹਿੰਦੀ ਹੈ ਪਰ ਕਰਮਚੰਦ ਇਸ ਨੂੰ ਸਮਝਦਾਰੀ ਦੱਸਦਾ ਹੈ। ਉਹ ਕਹਿੰਦਾ ਹੈ ਕਿ ਉਹ ਦੋਵੇਂ ਰਲ ਕੇ ਸੋਨਾ ਕਮਾ ਸਕਦੇ ਹਨ। ਨੂਰੀ ਉਸ ਦੀ ਗੱਲ ਨਹੀਂ ਮੰਨਦੀ, ਪਰੰਤੂ ਉਹ ਕਹਿੰਦਾ ਹੈ ਕਿ ਇਸ ਡਿਸਪੈਂਸਰੀ ਵਿੱਚ ਉਸੇ ਦੀ ਚੱਲਦੀ ਹੈ। ਡਾਕਟਰ ਤਾਂ ਆਉਂਦੇ ਜਾਂਦੇ ਰਹਿੰਦੇ ਹਨ। ਉਹ ਉਸਨੂੰ ਕਹਿੰਦਾ ਹੈ ਕਿ ਉਹ ਡਾਕਟਰ ਦੀਆਂ ਗੱਲਾਂ ਵਿੱਚ ਨਾ ਆਵੇ ਤੇ ਉਹ ਸਕੂਲ ਕੋਲੋਂ ਸੱਪ ਨਾ ਫੜੇ ਕਿਉਂਕਿ ਜਦੋਂ ਕਿਸੇ ਬੱਚੇ ਦੇ ਸੱਪ ਲੜਦਾ ਹੈ ਤਾਂ ਉਸ ਦੀ ਜਾਨ ਬਚਾਉਣ ਲਈ ਤੜਫਦੇ ਮਾਪਿਆਂ ਤੋਂ ਜੋ ਮੰਗੋ ਮਿਲ ਜਾਂਦਾ ਹੈ। ਨੂਰੀ ਇਸ ਨੂੰ ਜ਼ੁਲਮ ਕਹਿੰਦੀ ਹੈ ਪਰ ਕਰਮਚੰਦ ਕਹਿੰਦਾ ਹੈ ਕਿ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਵੀ ਪੈਸੇ ਉਦੋਂ ਬਣਦੇ ਹਨ ਜਦੋਂ ਮਰੀਜ਼ ਆਪਰੇਸ਼ਨ ਥੀਏਟਰ ਵਿੱਚ ਪਾੜਿਆ ਪਿਆ ਹੋਵੇ। ਉਹ ਨੂਰੀ ਨੂੰ ਕਹਿੰਦਾ ਹੈ ਕਿ ਉਹ ਉਸ ਦਾ ਧਿਆਨ ਕਰੇ। ਉਹ ਛੋਟਾ ਕਮਰਾ ਤਾਂ ਕੀ ਸਾਰੀ ਡਿਸਪੈਂਸਰੀ ਉਸ ਦੇ ਹਵਾਲੇ ਕਰ ਦੇਵੇਗਾ। ਇਹ ਕਹਿੰਦਿਆਂ ਉਹ ਨੂਰੀ ਦੀ ਬਾਂਹ ਫੜਦਾ ਹੈ, ਪਰ ਉਹ ਝਟਕੇ ਨਾਲ ਬਾਂਹ ਛੁਡਾ ਕੇ ਉਸ ਨੂੰ ਧੱਕਾ ਦਿੰਦੀ ਹੋਈ ਉਸ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਇਕੱਲੀ ਨਾ ਸਮਝੇ। ਕਰਮਚੰਦ ਉਸ ਨੂੰ ਕਹਿੰਦਾ ਹੈ ਕਿ ਉਸਨੇ ਉਸ ਦੀ ਬੇਇੱਜ਼ਤੀ ਕੀਤੀ ਹੈ, ਹੁਣ ਉਹ ਕਮਰਾ ਨਹੀਂ ਖੋਲੇਗਾ। ਨੂਰੀ ਉਸ ਦੀ ਪਰਵਾਹ ਨਹੀਂ ਕਰਦੀ ਤੇ ਤੁਰਨ ਲੱਗਦੀ ਹੈ। ਕਰਮਚੰਦ ਉਸ ਨੂੰ ਕਹਿੰਦਾ ਹੈ ਕਿ ਉਸਨੇ ਉਸ ਦਾ ਗੁੱਸਾ ਨਹੀਂ ਦੇਖਿਆ, ਉਹ ਉਸ ਦਾ ਜਿਉਣਾ ਹਰਾਮ ਕਰ ਦੇਵੇਗਾ। ਅੱਗੋਂ ਨੂਰੀ ਕਹਿੰਦੀ ਹੈ ਕਿ ਉਹ ਸੱਪ ਫੜਦੀ ਹੈ, ਉਸ ਲਈ ਤਾਂ ਉਹ ਮੱਛਰ ਹੈ। ਉਹ ਕਰਮਚੰਦ ਨੂੰ ਪਿੱਛੇ ਧੱਕ ਕੇ ਚਲੀ ਜਾਂਦੀ ਹੈ।
ਵਿੱਚ ਇੱਕ ਦਿਨ ਹੀ ਡਾਕਟਰ ਦੇ ਘਰ ਉਸ ਲਈ ਜੰਗਲੀ ਫੁੱਲ ਲੈ ਕੇ ਆਉਂਦੀ ਹੈ ਜਿਨ੍ਹਾਂ ਦੀ ਅਦਭੁਤ ਖੁਸ਼ਬੂ ਨੇ। ਸੰਗ ਕਿ ਉਹ ਕਹਿੰਦਾ ਹੈ ਕਿ ਇਨਸਾਨ ਨੇ ਬੜੇ ਮਹਿੰਗੇ ਪਰਫਿਊਮ ਤੇ ਅਤਰ ਬਣਾ ਲਏ ਹਨ ਪਰ ਕੁਦਰਤ ਦਾ ਮੁਕਾਬਲਾ ਨਹੀਂ ਕਰ ਸਕਿਆ। ਨਹੀਂ, ਉਸਨੂੰ ਇੱਕ ਖਾਸ ਸੱਪ ਦੀ ਰੇਸ਼ਮ ਵਰਗੀ ਮੁਲਾਇਮ ਸੌਂਪ ਦੀ ਕੁੰਜ ਵੀ ਦਿੰਦੀ ਹੈ ਜਿਸ ਨੂੰ ਦੇਖ ਜੋ ਡਾਕਟਰ ਕਹਿੰਦਾ ਹੈ ਕਿ ਕੋਈ ਸੋਚ ਵੀ ਨਹੀਂ ਸਕਦਾ ਕਿ ਇੰਨੇ ਵਧੀਆ ਲਿਬਾਸ ਵਿੱਚ ਖਤਰਨਾਕ ਜ਼ਹਿਰੀਲਾ ਸੱਪ ਵੀ ਹੋ ਸਕਦਾ ਹੈ। ਬੂਟਾ ਰਾਮ ਕਹਿੰਦਾ ਹੈ ਕਿ ਕਈ ਬੰਦੇ ਵੀ ਅਜਿਹੇ ਹੀ ਹਨ। ਨਹੀਂ ਦੱਸਦੀ, ਇਹਨਾਂ ਫੁੱਲਾਂ ਨੂੰ ਸਰਾਣੇ ਰੱਖ ਕੇ ਸੌਣ ਨਾਲ ਨੀਂਦ ਬਹੁਤ ਚੰਗੀ ਆਉਂਦੀ ਹੈ। ਜਦੋਂ ਡਾਕਟਰ ਕਹਿੰਦਾ ਹੈ ਕਿ ਪਿਛਲੀਆਂ 2 ਰਾਤਾਂ ਤੋਂ ਉਸਨੂੰ ਚੰਗੀ ਨੀਂਦ ਨਹੀਂ ਆਈ। ਨੂਰੀ ਲਈ ਇਹ ਸਮਝਣਾ ਔਖਾ ਹੈ ਕਿ ਕਿਸੇ ਨੂੰ ਕਮਰੇ ਦੇ ਅੰਦਰ ਵੀ ਨੀਂਦ ਆ ਜਾਂਦੀ ਹੋਵੇਗੀ। ਉਹ ਰਹਿੰਦੀ ਹੈ ਕਿ ਛੱਤ ਉੱਤੇ ਸੌਣ ਨਾਲ ਰਾਤ ਨੂੰ ਚੰਦ ਤਾਰੇ ਤੋਂ ਬੱਦਲਾਂ ਵਿੱਚ ਦੌੜਦਾ ਚੰਦ ਬਹੁਤ ਚੰਗਾ ਲੱਗਦਾ ਹੈ। ਡਾਕਟਰ ਕਹਿੰਦਾ ਹੈ ਕਿ ਉਹ ਕਦੋਂ ਬਾਹਰ ਨਹੀਂ ਸੁੱਤਾ ਕਿਉਂਕਿ ਸ਼ਹਿਰਾਂ ਵਿੱਚ ਕੋਈ ਬਾਹਰ ਨਹੀਂ ਸੌਂਦਾ। ਨੂਰੀ ਕਹਿੰਦੀ ਹੈ ਕਿ ਫਿਰ ਉਸਨੇ ਕੁਝ ਵੀ ਨਹੀਂ ਦੇਖਿਆ। ਰਾਤ ਨੂੰ ਦਰਿਆ ਵੱਲੋਂ ਠੰਡੀ ਠੰਡੀ ਤੇ ਸਿਲੀ ਹਵਾ ਆਉਂਦੀ ਹੈ ਤੇ ਦਰਿਆ ਦਾ ਗੀਤ ਸੁਣਦਾ ਹੈ। ਬਚਪਨ ਵਿੱਚ ਉਹ ਬਾਪ ਤੋਂ ਕਹਾਣੀ ਸੁਣਦੀ ਤੇ ਤਾਰਿਆਂ ਨਾਲ ਖੇਡਦੀ ਸੀ ਜਾਂਦੀ ਸੀ। ਉਹ ਕਹਿੰਦੀ ਹੈ ਕਿ ਬਾਹਰ ਸੌਣ ਨਾਲ ਚੰਦ ਤਾਰਿਆਂ ਨਾਲ ਦੋਸਤੀ ਹੋ ਜਾਂਦੀ ਹੈ। ਉਹ ਬੂਟੇ ਨੂੰ ਕਹਿੰਦੀ ਹੈ ਕਿ ਰਾਤ ਡਾਕਟਰ ਦਾ ਬਿਸਤਰਾ ਛੱਤ ਉੱਤੇ ਵਿਛਾ ਦੇਵੇ। ਉਹ ਡਾਕਟਰ ਦਾ ਹੱਥ ਫੜ ਕੇ ਉਸਨੂੰ ਛੱਤ ਉੱਤੇ ਚੱਲਣ ਲਈ ਕਹਿੰਦੀ ਹੈ। ਫਿਰ ਉਹ ਦੋਵੇਂ ਛੱਤ ਉੱਤੇ ਪਹੁੰਚ ਜਾਂਦੇ ਹਨ। ਨੂਰੀ ਉਸਨੂੰ ਦਰਿਆ ਦਾ ਨਜ਼ਾਰਾ ਦਿਖਾਉਂਦੀ ਹੋਈ ਠੰਡੀ ਠੰਡੀ ਤੇ ਸਿੱਲੀ ਹਵਾ ਦੀ ਗੁਦਗੁਦੀ ਮਹਿਸੂਸ ਕਰਨ ਲਈ ਕਹਿੰਦੀ ਹੈ। ਡਾਕਟਰ ਨੂੰ ਇਹ ਨਜ਼ਾਰਾ ਬਹੁਤ ਹੀ ਕਮਾਲ ਦਾ ਪ੍ਰਤੀਤ ਹੁੰਦਾ ਹੈ। ਫਿਰ ਉਹ ਕਹਿੰਦੀ ਹੈ ਕਿ ਜੇਕਰ ਉਸਨੇ ਕੁਦਰਤ ਦਾ ਹੋਰ ਨਜ਼ਾਰਾ ਲੈਣਾ ਹੋਵੇ ਤਾਂ ਉਹ ਸਵੇਰੇ ਨੰਗੇ ਪੈਰੀ ਦਰਿਆ ਉੱਤੇ ਜਾਇਆ ਕਰੇ। ਉੱਥੇ ਮੰਦਰ ਦੇ ਪਿਛਲੇ ਪਾਸਿਓਂ ਚੜ੍ਹਦੇ ਸੂਰਜ ਦਾ ਨਜ਼ਾਰਾ ਉਸਨੂੰ ਸਾਰਾ ਦਿਨ ਤਾਜ਼ਾ ਰੱਖਣ ਲਈ ਕਾਫੀ ਹੋਵੇਗਾ। ਇੱਥੇ ਉਹ ਦਰਿਆ ਦੇ ਪਾਣੀ ਦਾ ਸੰਗੀਤ ਵੀ ਸੁਣ ਸਕਦਾ ਹੈ। ਡਾਕਟਰ ਅਸਮਾਨ ਵਿੱਚ ਨਿਕਲੇ ਚੰਦ ਤਾਰੇ ਦੇਖ ਕੇ ਆਨੰਦਿਤ ਹੋ ਜਾਂਦਾ ਹੈ। ਡਾਕਟਰ ਕਹਿੰਦਾ ਹੈ ਕਿ ਸ਼ਹਿਰਾਂ ਵਿੱਚ ਉਹਨਾਂ ਆਪਣਾ ਅਸਮਾਨ ਗੁਆ ਲਿਆ ਹੈ, ਉੱਥੇ ਸਿਰਫ ਧੂੰਆਂ ਤੇ ਘੱਟਾ ਹੀ ਹੈ। ਨੂਰੀ ਕਹਿੰਦੀ ਹੈ ਕਿ ਉਹ ਦੇਖੇ ਇੱਕ ਚੰਦ ਅਸਮਾਨ ਵਿੱਚ ਦਿਸ ਰਿਹਾ ਹੈ ਤੇ ਦੂਜਾ ਦਰਿਆ ਵਿੱਚ, ਪਰ ਡਾਕਟਰ ਆਪਣੇ ਆਪ ਨੂੰ ਕਹਿੰਦਾ ਹੈ ਕਿ ਉਸਨੂੰ ਤਾਂ 3 ਚੰਦ ਦਿਸ ਰਹੇ ਹਨ। ਡਾਕਟਰ ਕਹਿੰਦਾ ਹੈ ਕਿ ਉਸਨੂੰ ਇਹ ਤਾਂ ਪਤਾ ਸੀ ਕਿ ਮੀਂਹ ਹਨੇਰੀ ਵਿੱਚ ਬਚਣ ਲਈ ਸਿਰ ਛੱਤ ਹੇਠ ਚੁੱਕਿਆ ਜਾ ਸਕਦਾ ਹੈ, ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਛੱਤ ਉੱਪਰ ਕੁਦਰਤ ਦੇ ਨਜ਼ਾਰੇ ਮਾਣਨ ਲਈ ਸਿਰ ਉੱਪਰ ਵੀ ਚੁੱਕਿਆ ਜਾ ਸਕਦਾ ਹੈ। ਇਸ ਪਿੱਛੋਂ ਨੂਰੀ ਚਲੀ ਜਾਂਦੀ ਹੈ ਤੇ ਡਾਕਟਰ ਬੂਟਾ ਰਾਮ ਨੂੰ ਕਹਿੰਦਾ ਹੈ ਕਿ ਉਹ ਉਸਦਾ ਬਿਸਤਰਾ ਛੱਤ ਉੱਤੇ ਕਰ ਦੇਵੇ ਤੇ ਫੁੱਲ ਵੀ ਉੱਥੇ ਛੱਡ। ਫਿਰ ਇੱਕ ਦਿਨ ਡਾਕਟਰ ਨਰੀ ਦੀ ਬਹੁਤ ਸੁੰਦਰ ਝੁੱਗੀ ਕੋਲ ਪਹੁੰਚ ਜਾਂਦਾ ਹੈ। ਉੱਥੇ ਨੂਰੀ ਛਿੰਦੇ ਤੇ ਉਸਦੇ ਨਾਲ ਦੀ ਕੁੜੀ ਨੂੰ ਨੱਚਣਾ ਸਿਖਾ ਰਹੀ ਸੀ। ਉਹ ਨੂਰੀ ਦੁਆਰਾ ਡਾਂਸ ਸਿਖਾਉਣ ਦੀ ਪ੍ਰਸ਼ੰਸਾ ਕਰਦਿਆਂ ਕਹਿੰਦਾ ਹੈ ਕਿ ਉਹ ਉਸ ਕੋਲੋਂ ਸੈਰ ਸਿੱਖਣ ਲਈ ਆਇਆ ਹੈ। ਉਹ ਨੂਰੀ ਦੀ ਝੁੱਗੀ ਨੂੰ ਬੰਗਲਾ ਕਹਿ ਕੇ ਉਸ ਦੀ ਪ੍ਰਸ਼ੰਸਾ ਕਰਦਾ ਹੈ ਤੇ ਉਸਨੂੰ ਕ੍ਰੀਏਟਿਵ ਇਨਸਾਨ ਕਹਿੰਦਾ ਹੈ। ਨਹੀਂ, ਉਸਨੂੰ ਕਾਨੇ ਬੇਰ ਖਵਾਉਂਦੀ ਹੈ ਜੇ ਡਾਕਟਰ ਨੂੰ ਬਹੁਤ ਸਵਾਦ ਲੱਗਦੇ ਹਨ। ਨੂਰੀ ਦੱਸਦੀ ਹੈ ਕਿ ਉੱਥੇ ਖਾਣ ਲਈ ਰਸ ਭਰੀਆਂ ਤੇ ਪੀਲਾ ਹੁੰਦੀਆਂ ਹਨ। ਉੱਥੋਂ ਦੀਆਂ ਖੁੰਬਾਂ ਦੀ ਸਬਜ਼ੀ ਬਹੁਤ ਸਵਾਦ ਹੁੰਦੀ ਹੈ। ਫਿਰ ਉਹ ਦਰਿਆ ਦੇ ਕੰਢੇ ਉੱਤੇ ਪਹੁੰਚ ਜਾਂਦੇ ਹਨ। ਉਹਨਾਂ ਨੂੰ ਟਟੀਹਰੀ, ਤਿੱਤਰ ਆਦਿ ਜਾਨਵਰਾਂ ਦੀਆਂ ਪਿਆਰੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਡਾਕਟਰ ਪੈਰਾਂ ਹੇਠ ਠੰਡੀ ਠੰਡੀ ਨਰਮ ਰੇਤ ਦੀ ਗੁਦਗੁਦੀ ਨੂੰ ਅਨੁਭਵ ਕਰਦਾ ਹੈ। ਨੂਰੀ ਉਸਨੂੰ ਪੈਰ ਉੱਤੇ ਰੇਤ ਦਾ ਘਰ ਬਣਾ ਕੇ ਦਿਖਾਉਂਦੀ ਹੈ। ਇੰਨੇ ਨੂੰ ਬਾਰਿਸ਼ ਆ ਜਾਂਦੀ। ਡਾਕਟਰ ਵਾਪਸ ਜਾਣਾ ਚਾਹੁੰਦਾ ਹੈ ਪਰ ਨੂਰੀ ਨੂੰ ਮੀਂਹ ਵਿੱਚ ਭਿੱਜਣਾ ਚੰਗਾ ਲੱਗਦਾ ਹੈ। ਫਿਰ ਮੀਂਹ ਸ਼ੁਰੂ ਹੋ ਜਾਂਦਾ ਹੈ। ਨੂਰੀ ਝੁੱਗੀ ਵੱਲ ਭੱਜਦੇ ਡਾਕਟਰ ਨੂੰ ਬਾਹੋਂ ਫੜ ਕੇ ਮੀਂਹ ਵਿੱਚ ਪਿਉਣ ਦੀ ਕੋਸ਼ਿਸ਼ ਕਰਦੀ ਹੈ। ਡਾਕਟਰ ਬਾਂਹ ਛੁਡਾ ਕੇ ਝੁੱਗੀ ਵਿੱਚ ਪਹੁੰਚ ਜਾਂਦਾ ਹੈ। ਨੂਰੀ ਨੱਚ ਕੇ ਬਾਰਿਸ਼ ਦਾ ਰਸ ਮਾਣਦੀ ਹੈ। ਉਹ ਨੂਰੀ ਨੂੰ ਬਾਹਰ ਪਏ ਆਪਣੇ ਬੂਟ ਅੰਦਰ ਲਿਆਉਣ ਲਈ ਕਹਿੰਦਾ ਹੈ, ਪਰ ਨੂਰੀ ਬੂਟ ਫੜ ਕੇ ਸ਼ਰਾਰਤ ਨਾਲ ਉਸ ਵੱਲ ਕਰਦੀ ਹੈ, ਪਰ ਉਸਦੇ ਫੜਨ ਤੋਂ ਪਹਿਲਾਂ ਪਿੱਛੇ ਹਟ ਜਾਂਦੀ ਹੈ। ਉਹ ਕਹਿੰਦੀ ਹੈ ਕਿ ਜੇਕਰ ਉਸਨੇ ਬੂਟ ਲੈਣੇ ਹਨ ਤਾਂ ਉਹ ਬਾਹਰ ਆ ਜਾਵੇ। ਫਿਰ ਮੀਂਹ ਪੈਣਾ ਬੰਦ ਹੋ ਜਾਂਦਾ ਹੈ। ਡਾਕਟਰ ਨੂਰੀ ਦੇ ਪਿੱਛੇ ਦੌੜਦਾ ਹੈ ਪਰ ਉਹ ਉਸ ਤੋਂ ਫੜੀ ਨਹੀਂ ਜਾਂਦੀ। ਉਹ ਉਸ ਤੋਂ ਆਪਣੇ ਬੂਟ ਮੰਗਦਾ ਹੈ।
ਨੂਰੀ ਬੂਟ ਝੁੱਗੀ ਦੇ ਬਾਹਰ ਰੱਖ ਦਿੰਦੀ ਹੈ ਤੇ ਝੁੱਗੀ ਵਿੱਚੋਂ ਬੇਰਾਂ ਦਾ ਛਿੱਕੂ ਚੁੱਕ ਲਿਆਉਣ ਹੈ। ਡਾਕਟਰ ਆਪਣੇ ਭਿੱਜੇ ਬੂਟ ਦੇਖ ਕੇ ਗਿਲਾ ਕਰਦਾ ਹੈ, ਪਰ ਨੂਰੀ ਉਸ ਤੋਂ ਮਾਫ਼ੀ ਮੰਗਦੀ ਹੋਈ ਉਸ ਨੂੰ ਬੇਰ ਖਾਣ ਲਈ ਕਹਿੰਦੀ ਹੈ। ਇਸ ਪਿੱਛੋਂ ਡਾਕਟਰ ਦੇ ਪੁੱਛਣ ਤੇ ਉਸ ਨੂੰ ਆਪਣੇ ਬਾਰੇ ਦੱਸਦੀ ਹੈ ਕਿ ਉਹਨਾਂ ਦੇ ਕਬੀਲੇ ਨੇ ਉਹਨਾਂ ਦੇ ਟੱਬਰ ਨੂੰ ਛੇਕਿਆ ਹੋਇਆ ਹੈ। ਉਹ ਦੱਸਦੀ ਹੈ ਕਿ ਉਸ ਦੇ ਕਬੀਲੇ ਵਿੱਚ ਕੁੜੀਆਂ ਵੇਚਣ ਦਾ ਤੋੜਾ ਰਿਵਾਜ ਸੀ। ਉਹ 6-7 ਵਰ੍ਹਿਆਂ ਦੀ ਕੁੜੀ ਨੂੰ ਵੇਚਣ ਲਈ ਢੰਡੋਰਾ ਫੇਰਦੇ ਸਨ ਤੇ ਕੁੜੀ ਦਾ ਮੁੱਲ ਵੀ ਵੱਧ ਤੋਂ ਵੱਧ 400 ਤੋਂ 800 ਰੁਪਏ ਪੈਂਦਾ ਸੀ। ਕੁੜੀ ਨੂੰ ਸਾਰੀ ਉਮਰ ਉਸ ਮਾਲਿਕ ਨਾਲ ਗੁਜ਼ਾਰਨੀ ਪੈਂਦੀ ਸੀ। ਉਸ ਦੇ ਬਾਪ ਨੂੰ ਇਹ ਗੱਲ ਪਸੰਦ ਨਹੀਂ ਸੀ। ਜਦੋਂ ਉਸ ਦੀ ਮਾਂ ਮਰੀ ਤਾਂ ਉਸ ਦੁਆਰਾ ਕਬੀਲੇ ਦੇ ਇਸ ਰਿਵਾਜ ਨੂੰ ਨਾ ਮੰਨਣ ਤੇ ਕਬੀਲੇ ਨੇ ਉਹਨਾਂ ਨੂੰ ਛੇਕ ਦਿੱਤਾ। ਨੂਰੀ ਦੇ ਪੁੱਛਣ ਤੇ ਡਾਕਟਰ ਦੱਸਦਾ ਹੈ ਕਿ ਉਹਨਾਂ ਦੇ ਕਬੀਲੇ ਵਿੱਚ ਵੀ ਅਜਿਹੇ ਰਿਵਾਜ ਹਨ, ਪਰ ਫਰਕ ਇਹ ਹੈ ਕਿ ਉਹ ਮੁੰਡਾ ਵੇਚਦੇ ਹਨ ਤੇ ਇਸ ਲਈ ਅਖਬਾਰਾਂ ਵਿੱਚ ਮੁੰਡੇ ਸੰਬੰਧੀ ਸਾਰਾ ਵੇਰਵਾ ਛਪਵਾਇਆ ਜਾਂਦਾ ਹੈ। ਫਿਰ ਕੁੜੀ ਨੂੰ ਸਾਰੀ ਉਮਰ ਉਸ ਦੀ ਕੀਮਤ ਤਾਰਨੀ ਪੈਂਦੀ ਹੈ ਤੇ ਇਹ ਮੜੀਆਂ ਤੱਕ ਤੁਰਦੀ ਰਹਿੰਦੀ ਹੈ। ਜੇਕਰ ਕੋਈ ਕੀਮਤ ਤਾਰਨੀ ਬੰਦ ਕਰ ਦੇਵੇ ਤਾਂ ਕੁੜੀ ਨੂੰ ਤੰਗ ਕੀਤਾ ਜਾਂਦਾ ਹੈ ਜਾਂ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਜਾਂਦਾ ਹੈ। ਨੂਰੀ ਡਾਕਟਰ ਨੂੰ ਕਹਿੰਦੀ ਹੈ ਕਿ ਉਹ ਉਸ ਨਾਲ ਵਾਅਦਾ ਕਰੇ ਕਿ ਉਹ ਨਹੀਂ ਵਿਕੇਗਾ। ਡਾਕਟਰ ਉਸ ਦੇ ਸਿਰ ਤੇ ਹੱਥ ਰੱਖ ਕੇ ਇਹ ਇਕਰਾਰ ਕਰਦਾ ਕਹਿੰਦਾ ਹੈ ਕਿ ਉਸ ਨੂੰ ਜਿੰਨਾ ਸਕੂਨ ਅੱਜ ਇੱਥੇ ਕੁਦਰਤ ਦੀ ਗੋਦ ਵਿੱਚ ਤੇ ਉਸ ਦੀ ਪਿਆਰੀ ਜਿਹੀ ਤੇ ਛੋਟੀ ਜਿਹੀ ਦੁਨੀਆ ਵਿੱਚ ਮਿਲਿਆ ਹੈ, ਇੰਨਾ ਕਿਧਰੇ ਨਹੀਂ ਮਿਲਿਆ। ਉਹ ਕਹਿੰਦਾ ਹੈ ਕਿ ਉਹ ਆਪਣੀ ਪਿਆਰੀ ਝੁੱਗੀ ਦੀ ਇੱਕ ਨੁੱਕਰ ਵਿੱਚ ਉਸ ਨੂੰ ਵੀ ਥੋੜੀ ਜਿਹੀ ਜਗ੍ਹਾ ਦੇ ਦੇਵੇ। ਉਹ ਸਾਰੀ ਜ਼ਿੰਦਗੀ ਉੱਥੇ ਗੁਜ਼ਾਰਨੀ ਚਾਹੁੰਦਾ ਹੈ। ਨੂਰੀ ਬਾਹਾਂ ਖਿਲਾਰ ਕੇ ਕਹਿੰਦੀ ਹੈ ਕਿ ਉਹ ਉਸ ਲਈ ਵੱਡੀ ਸਾਰੀ ਝੁੱਗੀ ਬਣਾਵੇਗੀ, ਜਿਸ ਵਿੱਚ ਉਹ ਦੋਵੇਂ ਰਹਿਣਗੇ। ਉਸ ਝੁੱਗੀ ਦੇ ਦੋਵੇਂ ਪਾਸੇ ਉਹਦੇ ਬਾਰੀਆਂ ਬਣਾਵੇਗੀ। ਉਸ ਦੇ ਇੱਕ ਪਾਸੇ ਉਹ ਆਪਣਾ ਹਸਪਤਾਲ ਬਣਾ ਲਵੇ ਤੇ ਦੂਸਰੇ ਪਾਸੇ ਉਹ ਆਪਣਾ ਦੇਸੀ ਦਵਾਖਾਨਾ ਬਣਾਵੇਗੀ। ਉਹ ਸੋਚਦੀ ਹੈ ਕਿ ਉਹ ਸਭ ਦਾ ਮੁਫਤ ਇਲਾਜ ਕਰਨਗੇ। ਡਾਕਟਰ ਕਹਿੰਦਾ ਹੈ ਕਿ ਉਹ ਰੇਤ ਦੇ ਘਰ ਬਣਾਉਣ ਵਿੱਚ ਮਾਹਰ ਹੈ। ਕੁਝ ਸਮੇਂ ਪਿੱਛੋਂ ਡਾਕਟਰ ਦੇ ਘਰ ਉਸ ਦੇ ਮਾਤਾ-ਪਿਤਾ ਆਉਂਦੇ ਹਨ। ਮਾਤਾ ਜੀ ਡਾਕਟਰ ਨੂੰ ਉਸ ਲਈ ਕਰੋੜਾਂ ਦੇ ਕਾਰੋਬਾਰ ਵਾਲੇ ਘਰ ਤੋਂ ਆ ਰਹੇ ਰਿਸ਼ਤੇ ਸੰਬੰਧੀ ਦੱਸਦੀ ਹੈ, ਪਰ ਡਾਕਟਰ ਉਸ ਦੀ ਗੱਲ ਮੰਨਦਾ ਨਹੀਂ ਤੇ ਬਾਹਰ ਚਲਾ ਜਾਂਦਾ ਹੈ। ਉਸ ਦੇ ਜਾਣ ਮਗਰੋਂ ਉਸ ਦੀ ਮਾਤਾ ਜੀ ਉਸ ਦੇ ਪਿਤਾ ਨੂੰ ਕਹਿੰਦੀ ਹੈ ਕਿ ਮੁੰਡਾ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਚੱਲਿਆ ਹੈ। ਉਹ ਬੂਟੇ ਤੋਂ ਡਾਕਟਰ ਦੇ ਕਿਸੇ ਕੁੜੀ ਨਾਲ ਸੰਬੰਧਾਂ ਬਾਰੇ ਪੁੱਛਦੀ ਹੈ, ਪਰ ਉਸ ਨੂੰ ਕੁਝ ਪਤਾ ਨਹੀਂ ਲੱਗਦਾ। ਇੰਨੇ ਨੂੰ ਨੂਰੀ ਫੁੱਲ ਲੈ ਕੇ ਘਰ ਪਹੁੰਚ ਜਾਂਦੀ ਹੈ। ਬੂਟਾ ਉਸ ਤੋਂ ਫੁੱਲ ਲੈ ਲੈਂਦਾ ਹੈ ਤੇ ਉਸ ਦੇ ਕਹਿਣ ਤੇ ਨਹੀਂ ਬੈਠ ਜਾਂਦੀ ਹੈ। ਡਾਕਟਰ ਦੀ ਮਾਤਾ ਜੀ ਨੂੰ ਫੁੱਲ ਬਹੁਤ ਪਸੰਦ ਆਉਂਦੇ ਹਨ। ਨੂਰੀ ਦੇ ਦੱਸਣ ਤੇ ਉਹ ਹੈਰਾਨ ਹੁੰਦੀ ਹੈ ਕਿ ਜੰਗਲ ਦੇ ਫੁੱਲਾਂ ਦੀ ਵੀ ਇੰਨੀ ਖੁਸ਼ਬੂ ਹੋ ਸਕਦੀ ਹੈ। ਪੁੱਛਣ ਤੇ ਬੂਟਾ ਦੱਸਦਾ ਹੈ ਕਿ ਉਹ ਇੱਕ ਸਪੇਰਨ ਹੈ। ਇਹ ਸੁਣ ਕੇ ਮਾਤਾ ਜੀ ਨੂੰ ਬਹੁਤ ਹੈਰਾਨੀ ਹੁੰਦੀ ਹੈ। ਇੰਨੇ ਨੂੰ ਡਾਕਟਰ ਆਉਂਦਾ ਹੈ ਤੇ ਉਹ ਆਪਣੀ ਮਾਤਾ ਜੀ ਨੂੰ ਦੱਸਦਾ ਹੈ ਕਿ ਨੂਰੀ ਸੌਂਪ ਛੱਡਦੀ ਵੀ ਹੈ ਤੇ ਸੱਪ ਲੜੇ ਦਾ ਇਲਾਜ ਵੀ ਕਰਦੀ ਹੈ। ਮਾਤਾ ਜੀ ਨੂੰ ਵੀ ਉਹ ਇੱਕ ਅੱਛੀ ਲੜਕੀ ਲੱਗਦੀ ਹੈ। ਇਸ ਸਮੇਂ ਡਾਕਟਰ ਬਾਹਰ ਜਾਂਦਾ ਹੈ ਤੇ ਨੂਰੀ ਵੀ ਚਲੀ ਜਾਂਦੀ ਹੈ। ਉਸ ਦੇ ਜਾਣ ਪਿੱਛੋਂ ਮਾਤਾ ਜੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਇਸੇ ਸਿਰਸੜੀ ਨੇ ਸਾਰਾ ਸਿਆਪਾ ਪਾਇਆ ਹੋਇਆ ਹੈ। ਉਹ ਵੀ ਉਸ ਦੀ ਸੁੰਦਰਤਾ ਦੀ ਤਾਰੀਫ ਕਰਦਾ ਹੈ। ਇੰਨੇ ਨੂੰ ਡਾਕਟਰ ਬਾਹਰ ਆਉਂਦਾ ਹੈ ਤੇ ਉਸ ਦੀ ਮਾਤਾ ਉਸ ਨੂੰ ਦੱਸਦੀ ਹੈ ਕਿ ਉਸ ਦੀ ਭੈਣ ਕੁਲਦੀਪ ਦਾ ਸਾਰਾ ਪਰਿਵਾਰ ਮਹੀਨੇ ਦੀ ਛੁੱਟੀ ਲੈ ਕੇ ਅਮਰੀਕਾ ਤੋਂ ਆ ਰਿਹਾ ਹੈ ਤੇ ਉਹ ਵੀ ਲੰਮੀ ਛੁੱਟੀ ਲੈ ਕੇ ਉੱਥੇ ਆ ਜਾਵੇ। ਡਾਕਟਰ ਦੇ ਹਾਮੀ ਭਰਨ ਤੇ ਮਾਤਾ ਜੀ ਕਹਿੰਦੀ ਹੈ ਕਿ ਉਹ ਉਸ ਦੀ ਬਦਲੀ ਵੀ ਕਿਸੇ ਚੰਗੀ ਥਾਂ ਸ਼ਹਿਰ ਵਿੱਚ ਕਰਾ ਦੇਣਗੇ। ਡਾਕਟਰ ਕਹਿੰਦਾ ਹੈ ਕਿ ਉਹ ਵਾਪਸ ਉੱਥੇ ਹੀ ਆਵੇਗਾ। ਇਸ ਪਿਆਰੀ ਥਾਂ ਤੇ ਕੁਦਰਤੀ ਤੇ ਖੁੱਲੀ ਹਵਾ ਅਤੇ ਦਰਿਆ ਦੀ ਠੰਡੀ ਰੋਤ ਹੈ। ਕੁਝ ਸਮੇਂ ਮਗਰੋਂ ਡਾਕਟਰ ਵਿਆਹ ਕਰਾ ਕੇ ਪਰਤ ਆਉਂਦਾ ਹੈ। ਘਰ ਵਿੱਚ 3-4 ਵੱਡੇ ਅਟੋਰੀ ਤੇ ਹਨ-ਅਪ ਵਾਲਾ ਛੋਟਾ ਵੈਨਿਟੀ ਕੇਸ ਵੀ ਪਿਆ ਹੈ। ਕਰਮਚੰਦ ਸਮਾਨ ਵੱਲ ਦੇਖ ਕੇ ਹੈਰਾਨ ਹੁੰਦਾ ਹੈ, ਕਿਉਂਕਿ ਪਹਿਲਾਂ ਪਹਿਨਾ ਸਮਾਂ ਕੋਈ ਡਾਕਟਰ ਉੱਥੇ ਟਿਕਿਆ ਸੀ ਤੇ ਨਾ ਕੋਈ ਆਪਣੀ ਪਤਨੀ ਉੱਥੇ ਲਿਆਇਆ। ਹਰੇ ਨੂੰ ਡਾਕਟਰ ਦੀ ਪਤਨੀ ਡੋਲੀ ਅੰਦਰੋਂ ਸਾਹਮਣੇ ਆਉਂਦੀ ਹੈ, ਜੋ ਕਿ ਬਹੁਤ ਮੋਟੀ ਹੈ। ਉਹ ਚਮਕੀਲੀ ਸਾਜੀ ਵਿੱਚ ਹੋਇਆ ਨਾਲ ਲੱਦੀ ਪਈ ਹੈ।
ਕਰਮਚੰਦ ਉਸ ਨਾਲ ਆਪਣੀ ਜਾਣ ਪਛਾਣ ਕਰਾਉਂਦਾ ਹੈ। ਉਹ ਸਮਝਦਾ ਹੈ ਕਿ ਉਹ ਨਿਸਾਈ ਹੈ, ਉਹ ਉੱਥੇ ਪਿੰਡ ਵਿੱਚ ਨਹੀਂ ਟਿਕ ਸਕਦੀ ਤੇ ਡਾਕਟਰ ਉੱਥੇ ਜਾਵੇਗਾ। ਇਹਨੇ ਨੂੰ ਨਹੀਂ ਆਉਂਦੀ ਹੈ ਤੇ ਬੂਟੇ ਨੂੰ ਡਾਕਟਰ ਦੇ ਆਉਣ ਬਾਰੇ ਪੁੱਛਦੀ ਹੈ। ਕਰਮਚੰਦ ਉਸ ਨੂੰ ਡਾਂਟਦਾ ਹੈ ਤੇ ਕਹਿੰਦਾ ਤੇ ਕਿ ਹੁਣ ਤਾਂ ਡਾਕਟਰ ਨੇ ਵੀ ਉਸ ਨਾਲ ਗੱਲ ਨਹੀਂ ਕਰਨੀ ਕਿਉਂਕਿ ਉਹ ਵਿਆਹਿਆ ਗਿਆ ਹੈ ਤੇ ਉਸ ਦੀ ਘਰਵਾਲੀ ਨਾਲ ਆਈ ਹੈ। ਉਹ ਆਪਣੇ ਨਾਲ ਹਜ਼ਾਰਾਂ ਲੱਖਾਂ ਦਾ ਸਮਾਨ ਤੇ ਗਹਿਣੇ ਕੱਪੜੇ ਨਾਲ ਲਿਆਈ ਹੈ। ਨਹੀਂ ਕਹਿੰਦੀ ਹੈ ਕਿ ਡਾਕਟਰ ਵਿਕ ਨਹੀਂ ਸਕਦਾ, ਪਰ ਕਰਮਚੰਦ ਉਸ ਨੂੰ ਕਹਿੰਦਾ ਹੈ ਕਿ ਹੁਣ ਅੰਤਰਾ ਸੈੱਟਾਂ ਵਾਲੀ ਆ ਗਈ ਏ, ਹੁਣ ਕੁਝ ਉਸ ਦੇ ਕੰਮ ਦੇ ਨਹੀਂ। ਇਹ ਸੁਣ ਕੇ ਨੂਰੀ ਫੁੱਲ ਫਰਸ਼ ਉੱਤੇ ਸੁੱਟ ਕੇ ਦੌੜ ਜਾਂਦੀ ਹੈ। ਬੂਟਾ ਫੁੱਲ ਇਕੱਠੇ ਕਰਦਾ ਹੈ। ਚੰਦ ਹੱਥ ਮਾਰ ਕੇ ਉਸ ਦੇ ਹੱਥੋਂ ਫੁੱਲ ਸੁੱਟ ਦਿੰਦਾ ਹੈ। ਚੰਨੇ ਨੂੰ ਡਾਕਟਰ ਆ ਜਾਂਦਾ ਹੈ, ਜਿਸ ਨੇ ਵਧੀਆ ਕੱਪੜੇ ਪਾਏ ਹੋਏ ਹਨ। ਪੁੱਛਣ ਤੇ ਬੂਟਾ ਦੱਸਦਾ ਹੈ ਵਿਚਾਰ ਫੁੱਲ ਨਹੀਂ ਲਿਆਈ ਸੀ, ਪਰ ਉਹ ਸੁੱਟ ਕੇ ਚਲੀ ਗਈ ਹੈ। ਡਾਕਟਰ ਫੁੱਲਾਂ ਨੂੰ ਚੁੱਕ ਕੇ ਉਹਨਾਂ ਤੇ ਹੱਥ ਫੇਰਦਾ ਤੇ ਸੁੰਘਦਾ ਹੈ ਤੇ ਡੋਲੀ ਨੂੰ ਕਹਿੰਦਾ ਹੈ ਕਿ ਉਹ ਸੁੰਘ ਕੇ ਦੇਖੇ, ਪਰ ਕਿ ਕੋਈ ਉਸ ਨੂੰ ਆਪਣੇ ਪਾਪਾ ਦੁਆਰਾ ਪੈਰਿਸ ਤੋਂ ਲਿਆਂਦੀ $100 ਦੀ ਪਰਫਿਊਮ ਸੁੰਘ ਕੇ ਦੇਖਣ ਲਈ ਕਹਿੰਦੀ ਹੈ। ਬਿੰਦੀ ਉਹ ਦੱਸਦੀ ਹੈ ਕਿ ਉਸ ਦੀ ਮੰਮੀ ਕੋਲ 2-3 ਲੱਖ ਦੇ ਪਰਫਿਊਮ ਹੋਣਗੇ। ਉਹ ਉਹਨਾਂ ਦੇ ਘਰ ਦੇ ਫਰਨੀਚਰ, ਡਰਾਇੰਗ ਰੂਮ ਤੋਂ ਟਾਇਲਟ ਪ੍ਰਤੀ ਨਫ਼ਰਤ ਪ੍ਰਗਟ ਕਰਦੀ ਹੋਈ ਕਹਿੰਦੀ ਹੈ ਕਿ ਉਹਨਾਂ ਦੇ ਦਿੱਲੀ ਵਾਲੇ ਘਰ ਵਿੱਚ ਡੀਲਕਸ ਬਾਥਰੂਮ ਹਨ। ਡਾਕਟਰ ਬੂਟਾ ਰਾਮ ਨੂੰ ਕਹਿੰਦਾ ਹੈ ਕਿ ਉਹ ਤੇਜ਼ਾਬ ਨਾਲ ਫਲਸ਼ ਵਗੈਰਾ ਚੰਗੀ ਤਰ੍ਹਾਂ ਸਾਫ਼ ਕਰਾ ਦੇਵੇ। ਡਾਕਟਰ ਡਲੀ ਨੂੰ ਸ਼ਾਮ ਵੇਲੇ ਦਰਿਆ ਤੇ ਸੈਰ ਕਰਨ ਲਈ ਚੱਲਣ ਲਈ ਕਹਿੰਦਾ ਹੈ, ਪਰ ਉਹ ਕਹਿੰਦੀ ਹੈ ਕਿ ਉਹ ਪੈਦਲ ਇੱਕ ਕਦਮ ਵੀ ਨਹੀਂ ਚੱਲ ਸਕਦੀ। ਉਹ ਕਹਿੰਦੀ ਹੈ ਕਿ ਜੇਕਰ ਟਾਗ ਉੱਤੇ ਵੀ ਚਲੇ ਜਾਣ ਤਾਂ ਵੀ ਉਹ ਹੀਲ ਵਾਲੇ ਸੈਂਡਲਾਂ ਨਾਲ ਰੇਤ ਉੱਤੇ ਨਹੀਂ ਚੱਲ ਸਕੇਗੀ। ਦਿੱਲੀ ਵਿੱਚ ਉਸ ਦਾ ਡਰਾਈਵਰ ਮੋਹਨ ਸਿੰਘ ਉਸ ਨੂੰ ਇੱਕ ਕਦਮ ਵੀ ਨਹੀਂ ਸੀ ਤੁਰਨ ਦਿੰਦਾ। ਖਾਣੇ ਦੀ ਗੱਲ ਹੋਣ ਤੇ ਉਹ ਆਪਣੇ ਮਾਪਿਆਂ ਦੇ ਨੌਕਰ ਦੇ ਬਣਾਏ ਕੋਫਤਿਆਂ ਦੀ ਪ੍ਰਸ਼ੰਸਾ ਕਰਦੀ ਹੈ। ਉਹ ਕਹਿੰਦੀ ਹੈ ਕਿ ਉਸ ਨੂੰ ਤੇ ਉਸ ਦੀ ਮਾਂ ਨੂੰ ਕੁਕਿੰਗ ਵਿੱਚ ਦਿਲਚਸਪੀ ਨਹੀਂ। ਫਿਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਅੱਜ ਰਾਤ ਬਿਜਲੀ ਦਾ ਕੱਟ ਹੈ ਤਾਂ ਉਹ ਘਬਰਾਉਂਦੀ ਹੈ ਕਿ ਰਾਤ ਨੂੰ ਗਰਮੀ ਵਿੱਚ ਸੌਣਗੇ ਕਿੱਥੇ। ਡਾਕਟਰ ਕਹਿੰਦਾ ਹੈ ਕਿ ਉਹ ਛੱਤ ਉੱਤੇ ਸੌਣਗੇ, ਜਿੱਥੇ ਠੰਡੀ ਠੰਡੀ ਹਵਾ, ਦਰਿਆ ਦੇ ਸੰਗੀਤ, ਚੰਦ ਤੇ ਤਾਰਿਆਂ ਦਾ ਅਦਭੁਤ ਨਜ਼ਾਰਾ ਹੁੰਦਾ ਹੈ। ਪਰ ਤੌਲੀ ਨੂੰ 5 ਸਟਾਰ ਹੋਟਲ ਚੇਤੇ ਆਉਂਦਾ ਹੈ। ਉਹ ਰਾਤ ਨੂੰ ਛੱਤ ਉੱਤੇ ਸੌਣ ਲਈ ਨਹੀਂ ਮੰਨਦੀ ਤੇ ਕਹਿੰਦੀ ਹੈ ਕਿ ਉਸ ਦੇ ਪਾਪਾ ਮਹਿੰਗੇ 7 ਸਟਾਰ ਕਲੱਬ ਦੇ ਮੈਂਬਰ ਹਨ, ਜਿੱਥੇ ਰਾਤ ਨੂੰ ਦਿਨ ਚੜ੍ਹਦਾ ਹੈ। ਉਹ ਉੱਥੇ ਕਦੀ ਰਾਤ ਦੇ 1-2 ਵਜੇ ਤੋਂ ਪਹਿਲਾਂ ਘਰ ਨਹੀਂ ਆਉਂਦੇ, ਪਰ ਉਹ ਲੋਕ ਕਾਪੂਸ ਤੋਂ ਉੱਪਰ ਨਹੀਂ ਉੱਠ ਸਕਦੇ। ਜਦੋਂ ਡਾਕਟਰ ਉਸ ਨੂੰ ਮਾਈਂਡ ਯੂਅਰ ਲੈਂਗੁਏਜਾਂ ਕਹਿੰਦਾ ਹੈ ਤਾਂ ਉਹ ਕਹਿੰਦੀ ਹੈ ਕਿ ਉਹ ਉਸ ਨੂੰ ਗੁੱਸਾ ਨਾ ਦਿਖਾਵੇ। ਬਿੰਦੀ ਉਸ ਦੀ ਜੁੱਤੀ ਸਹਿੰਦੀ ਹੈ, ਉਸ ਦਾ ਰੋਅਬ। ਉਹ ਕੰਨ ਖੋਲ ਕੇ ਸੁਣ ਲਵੋ ਕਿ ਉਹ ਉੱਥੇ ਨਹੀਂ ਰਹਿ ਸਕਦੀ। ਫਿਰ ਡਾਕਟਰ ਆਪਣੀ ਝੁੱਗੀ ਵਿੱਚ ਉਦਾਸ ਬੈਠੀ ਨੂਰੀ ਕੋਲ ਆਉਂਦਾ ਹੈ। ਉਹ ਉਸ ਪ੍ਰਤੀ ਆਪਣਾ ਪਿਆਰ ਪ੍ਰਗਟ ਕਰਦਾ ਹੈ ਤੇ ਕਹਿੰਦਾ ਹੈ ਕਿ ਜੇਕਰ ਉਸ ਦਾ ਉਸ ਨਾਲ ਪਿਆਰ ਨਾ ਹੁੰਦਾ ਤਾਂ ਉਹ ਸਹਿਰੇ ਉਸ ਕੋਲ ਵਾਪਸ ਨਾ ਆਉਂਦਾ। ਚੋਰੀ ਉਸ ਨੂੰ ਕਹਿੰਦੀ ਹੈ ਕਿ ਉਸਨੇ ਉਸ ਦੇ ਸਿਰ ਉੱਤੇ ਹੱਥ ਰੱਖ ਕੇ ਖਾਧੀ ਕਸਮ ਤੋੜੀ ਹੈ। ਡਾਕਟਰ ਇਸ ਦਾ ਕਾਰਨ ਸਮਾਜਿਕ ਬੰਧਨ ਤੇ ਆਪਣੇ ਬਾਪ ਦਾ ਉਸ ਦੇ ਬਾਪ ਵਾਂਗ ਦਲੇਰ ਨਾ ਹੋਣਾ ਦੱਸਦਾ ਹੈ। ਪਰ ਨੂਰੀ ਦੀ ਉਸ ਦੇ ਜਵਾਬ ਨਾਲ ਤਸੱਲੀ ਨਹੀਂ ਹੁੰਦੀ। ਡਾਕਟਰ ਕਹਿੰਦਾ ਹੈ ਕਿ ਉਸ ਦਾ ਪਤਨੀ ਨਾਲ ਸਿਰਫ ਸਮਾਜਿਕ ਰਿਸ਼ਤਾ ਹੈ, ਪਰ ਉਸ ਦਾ ਪਿਆਰ ਦਾ ਰਿਸ਼ਤਾ ਉਸ ਨੂਰੀ ਨਾਲ ਹੈ। ਨੂਰੀ ਪੁੱਛਦੀ ਹੈ ਕਿ ਜਦੋਂ ਉਸ ਦੀ ਉਗਲ ਵਿੱਚ ਮੁੰਦਰੀ ਪਾਈ ਗਈ ਸੀ ਤਾਂ ਕੀ ਉਸ ਨੂੰ ਕੋਈ ਕਸਮ ਵੀ ਖਵਾਈ ਗਈ ਸੀ। ਡਾਕਟਰ ਕਹਿੰਦਾ ਹੈ ਕਿ ਉਹ ਇੱਕ ਰਸਮ ਸੀ। ਨਰੀ ਉਸ ਨੂੰ ਕਹਿੰਦੀ ਹੈ ਕਿ ਉਹ ਵਾਰ-ਵਾਰ ਕਸਮਾਂ ਨਾ ਤੋੜੇ, ਇਹ ਤੋੜਨ ਲਈ ਨਹੀਂ ਹੁੰਦੀਆਂ। ਉਹ ਕਹਿੰਦੀ ਹੈ ਕਿ ਉਸ ਨੂੰ ਉਸ ਦੀ ਹਮਦਰਦੀ ਦੀ ਲੋੜ ਨਹੀਂ ਤੇ ਉਹ ਉਸ ਨੂੰ ਉਸ ਦੇ ਹਾਲ ਤੇ ਛੱਡ ਕੇ ਆਪਣੀ ਬੀਵੀ ਕੋਲ ਜਾਵੇ। ਨਹੀਂ ਦੇ ਝੁੱਗੀ ਅੰਦਰ ਜਾਣ ਮਗਰੋਂ ਡਾਕਟਰ ਆਲੇ ਦੁਆਲੇ ਵੇਖਦਾ ਹੈ। ਉਹ ਕਰਮਚੰਦ ਨੂੰ ਦੇਖ ਕੇ ਤੁੰਗੀ ਦੇ ਪਿਛਲੇ ਪਾਸੇ ਚਲਾ ਜਾਂਦਾ ਹੈ। ਕਰਮਚੰਦ ਦੀ ਤਬ ਵਿੱਚ ਸ਼ਰਾਬ ਦਾ ਅਧੀਆ ਹੈ। ਉਹ ਨਹੀਂ ਨੂੰ ਵਿਅੰਗ ਨਾਲ ਕਹਿੰਦਾ ਹੈ ਕਿ ਉਸਨੇ ਡਾਕਟਰ ਨਾਲ ਯਾਰੀ ਲਾਉਣ ਦਾ ਸਵਾਦ ਦੇਖ ਲਿਆ ਹੈ। ਜੇਕਰ ਉਸਨੇ ਉਸ ਨਾਲ ਕਹਾਣੀ ਪਾਈ ਜੱਜਾ ਤਾਂ ਅੱਜ ਐਸ ਕਰਦੀ। ਨੂਰੀ ਝੁੱਗੀ ਦੇ ਅੰਦਰ ਹੀ ਉਸ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਪਰੇਸ਼ਾਨ ਨਾ ਕਰੇ ਤੇ ਉੱਥੇ ਜੱਜਾ ਜਾਵੇ।
ਕਰਮਚੰਦ ਉਹ ਜਲੂਲ ਬੋਲਦਾ ਹੋਇਆ ਕਹਿੰਦਾ ਹੈ ਕਿ ਉਸਨੇ ਉਸਨੂੰ ਮੱਛਰ ਕਿਹਾ ਸੀ, ਪਰ ਹੁਣ ਉਹ ਉਸ ਨਾ ਮਰਿਆਂ ਵਿੱਚ ਛੱਡੇਗਾ ਨਾ ਜਿਉਂਦਿਆਂ ਵਿੱਚ। ਇੰਨੇ ਨੂੰ ਦਾਰਾ ਤੇ ਬੂਟਾ ਉੱਥੇ ਆ ਜਾਂਦੇ ਹਨ। ਉਹ ਕਰਮਚੰਦ ਨੂੰ ਉਸਦੇ ਉੱਥੇ ਹੋਣ ਬਾਰੇ ਪੁੱਛਦੇ ਹਨ ਤੇ ਉਹ ਕਹਿੰਦਾ ਹੈ ਕਿ ਉਹ ਨਹੀਂ ਨੂੰ ਸਮਝਾ ਰਿਹਾ। ਬੂਟਾ ਨਹੀਂ ਲਈ ਰੋਟੀ ਲਿਆਇਆ ਹੈ, ਪਰ ਉਹ ਕਹਿੰਦੀ ਹੈ ਕਿ ਉਸਨੂੰ ਕੁਝ ਨਹੀਂ ਬੂਟੇ ਦੇ ਪੁੱਛਣ ਤੇ ਕਰਮਚੰਦ ਕਹਿੰਦਾ ਹੈ ਕਿ ਉਹ ਉਸਨੂੰ ਕਹਿਣ ਆਇਆ ਸੀ ਕਿ ਉਹ ਦਵਾਈ ਦੇ ਪੈਸੇ ਲੈ ਲਿਆ ਕਰ। ਜੇਕਰ ਉਹ ਉਸਦੀ ਗੱਲ ਮੰਨ ਲੈਂਦੀ ਤਾਂ ਉਸਦਾ ਵੱਡੇ ਬੰਦਿਆਂ ਵਿੱਚ ਨਾ ਹੋਣਾ ਸੀ। ਬੂਟਾ ਤੇ ਦਾਰਾ ਉਸਦੀਆਂ ਗੱਲ ਨਾਲ ਸਹਿਮਤ ਨਹੀਂ ਹੁੰਦੇ। ਬੂਟਾ ਨਹੀਂ ਨੂੰ ਕਹਿੰਦਾ ਹੈ ਕਿ ਉਹ ਕਰਮਚੰਦ ਦੀਆਂ ਗੱਲਾਂ ਦਾ ਬੁਰਾ ਨਾ ਮਨਾਵੇ। ਹੁਣ ਮੈਂ ਤੇ ਦਾਰੇ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਸ਼ਰਾਬੀ ਹੈ ਤੇ ਦਾਰਾ ਕਹਿੰਦਾ ਹੈ ਕਿ ਦੁਨੀਆ ਉਸ ਵਰਗੇ ਭਿੰਨ ਰੂਪਾਂ ਵਾ ਸੰਪਾਨ ਨਾਲ ਭਰੀ ਹੋਈ ਹੈ। ਉਹ ਕਰਮਚੰਦ ਨੂੰ ਉੱਥੇ ਭੱਜਣ ਲਈ ਕਹਿੰਦਾ ਹੈ। ਉਸ ਦੇ ਜਾਣ ਪਿੱਛੋਂ ਬੂਟਾ ਨੂਰੀ ਨੂੰ ਕਹਿੰਦਾ ਹੈ ਕਿ ਉਸਨੇ ਕਈ ਦਿਨਾਂ ਤੋਂ ਕੁਝ ਖਾਧਾ ਨਹੀਂ, ਉਹ ਰੋਟੀ ਖਾ ਲਵੇ। ਦਰ ਵੀ ਉਸਨੂੰ ਕਹਿੰਦਾ ਹੈ ਕਿ ਉਸਨੂੰ ਬਹੁਤਾ ਗੁੱਸਾ ਹੈ ਤਾਂ ਉਹ ਮੱਝ ਜਿਹੀ ਡਾਕਟਰਾਣੀ ਉੱਤੇ ਇੱਕ ਜ਼ਹਿਰੀ ਜਿਹਾ ਸਭ ਵੱਢ ਦੋਵੇਂ। ਫਿਰ ਉਹ ਦੋਵੇਂ ਆਪਣੇ ਆਪ ਨੂੰ ਬੇਵੱਸ ਦੇਖਦੇ ਹੋਏ ਉੱਥੋਂ ਚਲੇ ਜਾਂਦੇ ਹਨ। ਉਹਨਾਂ ਦੇ ਜਾਣ ਮਗਰੋਂ ਕਰਮਚੰਦ ਝੁੱਗੀ ਦੇ ਸੱਜੇ ਪਾਸਿਓਂ ਨਿਕਲ ਕੇ ਬੜਹਕਾਨ ਮਾਰਦਾ ਹੈ ਤੇ ਨੂਰੀ ਨੂੰ ਬੁਰਾ ਭਲਾ ਬੋਲਦਾ ਹੈ। ਉਹ ਕਹਿੰਦਾ ਹੈ ਕਿ ਉਹ ਉਸ ਤੋਂ ਗਿਣ ਕੇ ਬਦਲੇ ਲਵੇਗਾ। ਉਹ ਸੋਟਾ ਮਾਰ ਕੇ ਬਾਹਰ ਪਿਆ ਕੜਾ ਤੋੜ ਦਿੰਦਾ ਹੈ। ਇਹ ਦੇਖ ਕੇ ਨਹੀਂ ਤੇਜ਼ੀ ਨਾਲ ਅੰਦਰੋਂ ਨਿਕਲਦੀ ਹੈ ਤੇ ਕਰਮਚੰਦ ਦੇ ਹੱਥ ਸੋਟੀ ਖੋ ਕੇ ਉਸਨੂੰ ਬੁਰੀ ਤਰ੍ਹਾਂ ਕੁੱਟਦੀ ਹੈ ਤਾਂ ਉਹ ਉਸਨੂੰ ਧੀ ਤੇ ਭੈਣ ਕਹਿ ਕੇ ਜਾਨ ਬਚਾਉਂਦਾ ਹੋਇਆ ਉੱਥੋਂ ਭੱਜ ਜਾਂਦਾ ਹੈ। ਉਧਰ ਡਾਕਟਰ ਦੇ ਘਰ ਡੇਲੀ ਪਰੇਸ਼ਾਨ ਜਿਹੀ ਹੋਈ ਬੈਠੀ ਹੈ। ਕਰਮਚੰਦ ਤੇਜ਼ਾਬ ਦੀ ਬੋਤਲ ਲਈ ਆਉਂਦਾ ਹੈ ਤੇ ਡੋਲੀ ਨੂੰ ਪੁੱਛਦਾ ਹੈ ਕਿ ਉਸਨੂੰ ਬੇਟ ਦਾ ਇਲਾਕਾ ਕਿਹੋ ਜਿਹਾ ਲੱਗਾ ਹੈ। ਜਵਾਬ ਵਿੱਚ ਉਹ ਦੱਸਦੀ ਹੈ ਕਿ ਦਿੱਲੀ ਵਿੱਚ ਉਸਦੇ ਬਾਪ ਦਾ ਵੱਡਾ ਬਿਜ਼ਨਸ ਹੈ। ਕਰਮਚੰਦ ਆਪਣੇ ਆਪ ਨੂੰ ਦਿੱਲੀ ਦਾ ਦੱਸ ਕੇ ਉਸ ਨਾਲ ਆਪਣੀ ਸਾਂਝਾ ਪੈਦਾ ਕਰ ਲੈਂਦਾ ਹੈ। ਡੋਲੀ ਉਸਨੂੰ ਕੁਰਸੀ ਤੇ ਬਿਠਾਉਂਦੀ ਹੋਈ ਦੱਸਦੀ ਹੈ ਕਿ ਉਹ ਇਸ ਜੰਗਲ ਬਿਆਬਾਨ ਵਿੱਚ ਬੋਰ ਹੋ ਗਈ ਹੈ। ਜੇਕਰ ਉਸਨੂੰ ਉੱਥੇ ਕੁਝ ਦਿਨ ਹੋਰ ਰਹਿਣਾ ਪਿਆ ਤਾਂ ਉਹ ਬਿਮਾਰ ਹੋ ਜਾਵੇਗੀ। ਉਹ ਕਹਿੰਦੀ ਹੈ ਕਿ ਡਾਕਟਰ ਸਾਹਿਬ ਵੀ ਉਸ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਕਰਮਚੰਦ ਉਸਦੇ ਹਾਰ ਦੀ ਪ੍ਰਸ਼ੰਸਾ ਕਰਦਾ ਹੈ ਤੇ ਉਹ ਦੱਸਦੀ ਹੈ ਉਸ ਕੋਲ 5 ਲੱਖ ਦੇ ਹਾਰ ਹਨ। ਉਹ 2 ਚੇਨਾਨ ਗੁਆ ਚੁੱਕੀ ਹੈ। ਉਹ ਇੱਥੇ 25-30 ਸਾੜੀਆਂ ਹੀ ਲਿਆਈ ਹੈ। ਉਹ ਬੂਟੇ ਨੂੰ ਰਸਗੁੱਲੇ ਲਿਆਉਣ ਲਈ ਕਹਿੰਦੀ ਹੈ, ਪਰੰਤੂ ਉਹ ਪਲੇਟ ਵਿੱਚ ਇੱਕੋ ਰਸਗੁੱਲਾ ਲਿਆਉਂਦਾ ਹੈ। ਇਹ ਦੇਖ ਕੇ ਡੋਲੀ ਉਸਨੂੰ ਹੋਰ ਰਸਗੁੱਲੇ ਲਿਆਉਣ ਲਈ ਕਹਿੰਦੀ ਹੈ। ਨਾਲ ਹੀ ਉਹ ਆਪਣੇ ਮਾਪਿਆਂ ਦੇ ਘਰ ਦੇ ਨੌਕਰ ਦੇ ਬਣਾਏ ਕੁਫਤਿਆਂ ਦੀ ਪ੍ਰਸ਼ੰਸਾ ਕਰਦੀ ਹੈ। ਉਹ ਇਹ ਵੀ ਦੱਸਦੀ ਹੈ ਕਿ ਉਸਦੇ ਮਾਪਿਆਂ ਨੇ ਉਸਦੇ ਸੈੱਟ ਤੋਂ ਵਧੀਆ ਸੈੱਟ ਡਾਕਟਰ ਸਾਹਿਬ ਦੀ ਮਾਂ ਨੂੰ ਪਾਇਆ ਸੀ। ਫਿਰ ਉਹ ਇਹ ਵੀ ਦੱਸਦੀ ਹੈ ਕਿ ਉਸਨੇ ਮਠਿਆਈ ਦਿੱਲੀ ਦੇ ਪ੍ਰਸਿੱਧ ਹਲਵਾਈ ਨੱਥੂ ਰਾਮ ਤੋਂ ਲਿਆਂਦੀ ਹੈ। ਉਹ ਦੱਸਦੀ ਹੈ ਕਿ ਉਸਦੇ ਪਾਪਾ ਨੇ ਉਸਦੀ ਸੱਸ ਦੇ ਨਾਂ ਉੱਤੇ ਵੀ ਕੈਸ਼ ਜਮ੍ਹਾਂ ਕਰਾ ਦਿੱਤਾ ਹੈ। ਉਹ ਕਹਿੰਦੀ ਸੀ ਕਿ ਜੇਕਰ ਉਸਨੂੰ ਮੁਸ਼ਕਿਲ ਹੋਵੇ ਤਾਂ ਦੱਸੇ, ਫਿਰ ਉਹ ਆਪਣਾ ਕਮਾਲ ਦਿਖਾਵੇਗੀ। ਕਰਮਚੰਦ ਉਸਨੂੰ ਕਹਿੰਦਾ ਹੈ ਕਿ ਇਹ ਤਾਂ ਉਸਦੇ ਰਹਿਣ ਦੀ ਥਾਂ ਨਹੀਂ, ਕਿਉਂਕਿ ਇੱਥੇ ਸੱਪ ਬਹੁਤ ਹਨ। ਬੂਟਾ ਦੱਸਦਾ ਹੈ ਕਿ ਇੱਕ ਸੱਪ ਇਸ ਕਮਰੇ ਵਿੱਚ ਵੀ ਹੈ। ਡੌਲੀ ਇੱਕਦਮ ਤੜਕ ਕੇ ਲੱਤਾਂ ਉੱਪਰ ਚੁੱਕ ਲੈਂਦੀ ਹੈ, ਪਰੰਤੂ ਕਰਮਚੰਦ ਉਸਨੂੰ ਹੌਸਲਾ ਦਿੰਦਾ ਹੈ। ਡੋਲੀ ਦੱਸਦੀ ਹੈ ਕਿ ਉਸਦੇ ਵੱਡੇ ਮਾਮੂ ਦਾ ਦੁਬਈ ਵਿੱਚ ਬਹੁਤ ਵੱਡਾ ਕਾਰੋਬਾਰ ਹੈ। ਉਹਨਾਂ ਉਸਦੀ ਪਹਿਲੀ ਰਿੰਗ ਸ਼ਰਮਨੀ ਵੀ ਦੁਬਈ ਵਿੱਚ ਇੱਕ ਬਿਜ਼ਨੈਸਮੈਨ ਦੇ ਲੜਕੇ ਨਾਲ ਕਰਾਈ ਸੀ ਤੋਂ 10 ਲੱਖ ਦੀ ਡਾਇਮੰਡ ਦੀ ਮੁੰਦਰੀ ਪਾਈ ਸੀ, ਪਰ ਉਸ ਇਡੀਅਟ ਨੇ ਆਪਣੇ ਨੌਕਰ ਦੇ ਹੱਥ ਮੁੰਦਰੀ ਵਾਪਸ ਭੇਜ ਦਿੱਤੀ। ਉਹ ਕਹਿੰਦੀ ਹੈ ਕਿ ਇਹ ਮਰਦ ਬਹੁਤ ਸ਼ੱਕੀ ਹੁੰਦੀ ਹੈ। ਆਪ ਜਿੱਥੇ ਮਰਜ਼ੀ ਖੇ ਖਾਂਦੇ ਫਿਰਨ, ਪਰ ਜੇਕਰ ਮੰਗੇਤਰ ਨੂੰ ਕਿਸੇ ਨਾਲ ਦੇਖ ਲੈਣ ਤਾਂ ਇਹਨਾਂ ਦੀ ਮਾਂ ਮਰ ਜਾਂਦੀ ਹੈ। ਫਿਰ ਦੱਸਦੀ ਹੈ ਕਿ ਉਸਦੇ ਪਾਪਾ ਨੇ ਹੀ ਉਸਦਾ ਇੱਥੇ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਉਹ ਡਾਕਟਰ ਸਾਹਿਬ ਦੀ ਛੋਟੀ ਭੈਣ ਦਾ ਰਿਸ਼ਤਾ ਫੈਕਟਰੀ ਦੇ ਇੱਕ ਇੰਜੀਨੀਅਰ ਨਾਲ ਕਰ ਰਹੇ ਹਨ। ਉਹ ਦਾਜ ਵਿੱਚ ਪੁਲਿਸ ਦੇ ਇਨਕਰੀਮੈਂਟ ਦੇ ਦੇਣਗੇ। ਇਸੇ ਕਰਕੇ ਉਸਦੀ ਸੱਸ ਉਸਦੇ ਅੱਗੇ ਪਿੱਛੇ ਫਿਰਦੀ ਹੈ। ਇਸ ਪਿੱਛੇ ਡੋਲੀ ਕਰਮਚੰਦ ਲਈ ਪਤੀਸਾ ਮੰਗਵਾਉਂਦੀ ਹੈ। ਉਹ ਦੱਸਦੀ ਹੈ ਕਿ ਉਸਦੇ ਪਾਪਾ ਨੇ ਆਪਣੀ ਕੋਠੀ ਦੇ ਨੇੜੇ 2000 ਗਜ਼ ਦਾ ਪਲਾਟ ਡਾਕਟਰ ਸਾਹਿਬ ਦਾ ਹਸਪਤਾਲ ਖੋਲ੍ਹਣ ਲਈ ਖਰੀਦਿਆ ਹੈ।
ਉਹ ਕਰਮਚੰਦ ਦੇ ਇਸ ਖਿਆਲ ਨੂੰ ਸਹੀ ਕਹਿੰਦੀ ਹੈ ਕਿ ਸਾਹਿਬ ਉੱਥੋਂ ਚਲੇ ਜਾਣਗੇ। ਪੁੱਲੀ ਕਰਮਚੰਦ ਨੂੰ ਡਾਕਟਰ ਸਾਹਿਬ ਦੇ ਸਵੇਰੇ ਸ਼ਾਮ ਨਦੀ ਉੱਤੇ ਸੈਰ ਕਰਨ ਬਾਰੇ ਪੁੱਛਦੀ ਹੈ। ਉਹ ਦੱਸਦੀ ਹੈ ਕਿ ਉਹ ਸਵੇਰੇ 11 ਵਜੇ ਤੋਂ ਪਹਿਲਾਂ ਉੱਠ ਨਹੀਂ ਸਕਦੀ। ਉਹ ਹੈਰਾਨ ਸੀ ਕਿ ਡਾਕਟਰ ਸਾਹਿਬ ਰਾਤ ਨੂੰ ਉੱਠ ਕੇ ਤਾਰੇ ਕਰਦੇ ਰਹਿੰਦੇ ਹਨ। ਉਹ ਉਹਨਾਂ ਦੀ ਮਾਂ ਨੂੰ ਇਸ ਬਾਰੇ ਦੱਸੇਗੀ। ਧਰਮਚੰਦ ਕਹਿੰਦਾ ਹੈ ਕਿ ਉਸਨੇ ਉਸਨੂੰ ਧੀ ਕਿਹਾ ਹੈ, ਇਸ ਕਰਕੇ ਉਹ ਦੱਸਦਾ ਹੈ ਕਿ ਡਾਕਟਰ ਸਾਹਿਬ ਦਾ ਇੱਥੇ ਇੱਕ ਹੋਰ ਕੁੜੀ ਨਾਲ ਚੱਕਰ ਚੱਲਦਾ ਹੈ। ਉਹ ਸ਼ਕਲੋਨ ਬਹੁਤ ਸੋਹਣੀ ਹੈ, ਪਰ ਹੈ ਸੱਪ ਫੜਨ ਵਾਲੀ ਜਾਦੂਗਰਨੀ ਜਿਹੀ। ਕੌਰ ਬਾਹਰ ਝੁੱਗੀ ਵਿੱਚ ਰਹਿੰਦੀ ਹੈ ਤੇ ਡਾਕਟਰ ਸਾਹਿਬ ਉਸਨੂੰ ਚੋਰੀ ਮਿਲਣ ਜਾਂਦੇ ਹਨ। ਰੋਟੀ ਵੀ ਬੂਟਾ ਉਸਨੂੰ ਚੋਰੀ ਉਹਨਾਂ ਦੇ ਕੀ ਆਉਂਦਾ ਹੈ। ਉਹ ਕਹਿੰਦਾ ਹੈ ਕਿ ਉਹ ਚੁੱਪ-ਚਾਪ ਡਾਕਟਰ ਸਾਹਿਬ ਨੂੰ ਇੱਥੋਂ ਲੈ ਜਾਣ। ਇਹ ਸੁਣ ਕੇ ਡੋਲੀ ਡਾਕਟਰ ਦੀ ਮਾਂ ਨੂੰ ਚਿੱਠੀ ਲਿਖਦੀ ਹੈ ਤੇ ਕਰਮਚੰਦ ਨੂੰ ਪੋਸਟ ਕਰਨ ਲਈ ਦਿੰਦੀ ਹੈ। ਹੁਣ ਮਾਤਾ ਜੀ ਡਾਕਟਰ ਦੇ ਘਰ ਪਹੁੰਚ ਜਾਂਦੀ ਹੈ ਤੇ ਜਦੋਂ ਉਹ ਡਾਕਟਰ ਨੂੰ ਨੂਰੀ ਨਾਲੋਂ ਸੰਬੰਧ ਤੋੜਨ ਲਈ ਕਹਿੰਦੀ ਹੈ ਤਾਂ ਉਹ ਦੱਸਦਾ ਹੈ ਕਿ ਡਿਸਪੈਂਸਰੀਆਂ ਤੱਕ ਦਵਾਈਆਂ ਪਹੁੰਚਦੀਆਂ ਨਹੀਂ, ਇਸ ਕਰਕੇ ਉਹਨਾਂ ਨੂੰ ਉਸ ਦੀ ਸਹਾਇਤਾ ਲੈਣੀ ਪੈਂਦੀ ਹੈ ਜੋ ਕਿ ਜੜੀਆਂ ਬੂਟੀਆਂ ਨਾਲ ਇਲਾਜ ਕਰਦੀ ਹੈ। ਇਸ ਕਰਕੇ ਉਹ ਉਸ ਨੂੰ ਨਹੀਂ ਕੱਢ ਸਕਦਾ। ਉਸ ਦੇ ਜਾਣ ਮਗਰੋਂ ਮਾਤਾ ਜੀ ਬੂਟੇ ਨੂੰ ਕਹਿੰਦੀ ਹੈ ਕਿ ਉਹ ਨਰੀ ਨੂੰ ਬੁਲਾ ਕੇ ਲਿਆਵੇ, ਪਰ ਉਹ ਕਹਿੰਦਾ ਹੈ ਕਿ ਉਹ ਉੱਥੇ ਨਹੀਂ ਆਵੇਗੀ। ਮਾਤਾ ਜੀ ਦੇ ਜ਼ੋਰ ਦੇਣ ਤੇ ਬੂਟਾ ਰਸੋਈ ਵਿੱਚੋਂ ਨੂਰੀ ਲਈ ਖੱਟੀ ਲੰਸੀ ਦੀ ਗੜਬੀ ਲੈ ਕੇ ਤੁਰਦਾ ਹੈ ਜੋ ਉਸਨੂੰ ਬਹੁਤ ਪਸੰਦ ਸੀ। ਪਰ ਮਾਤਾ ਜੀ ਉਸ ਤੋਂ ਲੱਸੀ ਘਰੇ ਰਖਾ ਕੇ ਉਸਨੂੰ ਲਿਆਉਣ ਲਈ ਕਹਿੰਦੀ ਹੈ। ਬੂਟੇ ਦੇ ਜਾਣ ਮਗਰੋਂ ਮਾਤਾ ਜੀ ਕਹਿੰਦੀ ਹੈ ਕਿ ਉਸ ਦੇ ਘਰ ਆਉਣ ਤੇ ਉਹ ਉਸ ਦੀਆਂ ਟੰਗਾਂ ਤੋੜ ਦੇਵੇਗੀ, ਪਰ ਜੇਕਰ ਉਹ ਨਾ ਆਈ ਤਾਂ ਉਹ ਉਸਨੂੰ ਕੁੱਟ-ਕੁੱਟ ਕੇ ਉਸ ਦਾ ਧੂੰਆਂ ਕੱਢ ਦੇਵੇਗੀ। ਇੰਨੇ ਨੂੰ ਨੂਰੀ ਆ ਜਾਂਦੀ ਹੈ। ਮਾਤਾ ਜੀ ਬੂਟੇ ਨੂੰ ਕੋਲ ਹੀ ਰਹਿਣ ਲਈ ਕਹਿੰਦੀ ਹੈ। ਉਹ ਨੂਰੀ ਨੂੰ ਡੌਲੀ ਬਾਰੇ ਦੱਸਦੀ ਹੈ ਕਿ ਉਹ ਡਾਕਟਰ ਦੀ ਪਤਨੀ ਹੈ ਅਤੇ ਵੱਡੇ ਤੇ ਪਹੁੰਚ ਵਾਲੇ ਘਰ ਦੀ ਧੀ ਹੈ ਤੇ ਨਾਲ ਹੀ ਉਹਨਾਂ ਦੇ ਪੁਲਿਸ ਨਾਲ ਸੰਬੰਧਾਂ ਬਾਰੇ ਦੱਸ ਕੇ ਉਸਨੂੰ ਡਰਾਉਂਦੀ ਹੈ। ਨੂਰੀ ਕਹਿੰਦੀ ਹੈ ਕਿ ਉਹ ਕਿਸੇ ਤੋਂ ਡਰਦੀ ਨਹੀਂ। ਇੰਨੇ ਨੂੰ ਕਰਮਚੰਦ ਆ ਜਾਂਦਾ ਹੈ ਤੇ ਮਾਤਾ ਜੀ ਬੂਟੇ ਨੂੰ ਜਾਣ ਲਈ ਕਹਿੰਦੀ ਹੈ। ਮਾਤਾ ਜੀ ਨੂਰੀ ਨੂੰ ਧਮਕੀਆਂ ਦਿੰਦੀ ਹੈ, ਪਰ ਕਰਮਚੰਦ ਉਸਨੂੰ ਬੀਬੀ ਧੀ ਕਹਿ ਕੇ ਆਪਣੀ ਝੁੱਗੀ ਵਿੱਚ ਜਾਣ ਲਈ ਕਹਿੰਦਾ ਹੈ। ਉਸ ਦੇ ਜਾਣ ਮਗਰੋਂ ਕਰਮਚੰਦ ਮਾਤਾ ਜੀ ਨੂੰ ਦੱਸਦਾ ਹੈ ਕਿ ਨੂਰੀ ਕਿਸੇ ਦਾ ਲਿਹਾਜ਼ ਨਹੀਂ ਕਰਦੀ ਤੇ ਉਹ ਬਹੁਤ ਖਤਰਨਾਕ ਜ਼ਨਾਨੀ ਹੈ। ਹੋ ਸਕਦਾ ਹੈ ਕਿ ਉਹ ਉਹਨਾਂ ਦੇ ਕਮਰੇ ਵਿੱਚ ਕੋਈ ਜ਼ਹਿਰੀ ਸੱਪ ਛੱਡ ਗਈ ਹੋਵੇ। ਮਾਤਾ ਜੀ ਤੇ ਡੌਲੀ ਡਰ ਕੇ ਆਪਣੀਆਂ ਲੱਤਾਂ ਫਰਸ਼ ਤੋਂ ਉੱਪਰ ਕਰ ਲੈਂਦੀਆਂ ਹਨ। ਕਰਮਚੰਦ ਕਹਿੰਦਾ ਹੈ ਕਿ ਉਹ ਇਸ ਮੁਸੀਬਤ ਤੇ ਇਸ ਇਲਾਕੇ ਤੋਂ ਛੁਟਕਾਰਾ ਪਾਉਣ ਲਈ ਡਾਕਟਰ ਦੀ ਬਦਲੀ ਕਿਸੇ ਚੰਗੇ ਸ਼ਹਿਰ ਵਿੱਚ ਕਰਵਾ ਲੈਣ। ਇਸ ਜਾਦੂਗਰਨੀ ਨੇ ਤਾਂ ਡਾਕਟਰ ਸਾਹਿਬ ਉੱਤੇ ਵੀ ਜਾਦੂ ਕੀਤਾ ਹੋਇਆ ਹੈ। ਉਹ ਮਾਤਾ ਜੀ ਨੂੰ ਕਹਿੰਦਾ ਹੈ ਕਿ ਇਸ ਜਾਦੂਗਰਨੀ ਤੋਂ ਛੁਟਕਾਰਾ ਪਾਉਣ ਲਈ ਉਹ ਉਸ ਦੀ ਖਾਣ ਪੀਣ ਦੀ ਚੀਜ਼ ਵਿੱਚ ਜ਼ਹਿਰ ਮਿਲਾ ਦੇਣ ਜੋ ਬੂਟਾ ਉਸ ਲਈ ਲੈ ਕੇ ਜਾਂਦਾ ਹੈ। ਮਾਤਾ ਜੀ ਜਦੋਂ ਦੱਸਦੀ ਹੈ ਕਿ ਬੂਟੇ ਨੇ ਉਸ ਲਈ ਲੱਸੀ ਲਿਜਾਣੀ ਹੈ ਤਾਂ ਕਰਮਚੰਦ ਬੂਟੇ ਦੀ ਗੈਰਹਾਜ਼ਰੀ ਵਿੱਚ ਉਸ ਵਿੱਚ ਤੇਜ਼ਾਬ ਪਾ ਦਿੰਦਾ ਹੈ ਤੇ ਫਿਰ ਉਹ ਲੱਸੀ ਬੂਟਾ ਨੂਰੀ ਨੂੰ ਦੇ ਆਉਂਦਾ ਹੈ। ਹੀ ਨੂਰੀ ਰੁੱਖੀ ਰੋਟੀ ਖਾ ਰਹੀ ਸੀ ਤੇ ਉਹ ਬੁਰਕੀ ਲੰਘਾਉਣ ਲਈ ਲੱਸੀ ਦਾ ਘੁੱਟ ਭਰਦੀ ਹੈ ਤੇ ਨਾਲ ਹੀ ਤੜਫਦੀ ਹੋਈ ਜ਼ਮੀਨ ਤੇ ਡਿੱਗ ਪੈਂਦੀ ਹੈ। ਉਹ ਰੀਂਗ ਕੇ ਘੜੇ ਵੱਲ ਵੱਧਦੀ ਹੈ। ਕਰਮਚੰਦ ਜਿਸਨੇ ਹੱਥ ਵਿੱਚ ਸੋਟਾ ਫੜਿਆ ਹੋਇਆ ਹੈ, ਉਹ ਘੜੇ ਨੂੰ ਚੁੱਕ ਕੇ ਨੂਰੀ ਤੋਂ ਦੂਰ ਕਰ ਦਿੰਦਾ ਹੈ। ਉਹ ਗੁੱਸੇ ਵਿੱਚ ਕਰਾਹੁੰਦੀ ਹੈ। ਉਸ ਦੇ ਮੂੰਹ ਵਿੱਚੋਂ ਲਹੂ ਵਗਦਾ। ਕਰਮਚੰਦ ਕਹਿੰਦਾ ਹੈ ਕਿ ਅਜੇ ਤਾਂ ਮੱਛਰ ਨੇ ਪਹਿਲਾਂ ਡੰਗ ਮਾਰਿਆ ਹੈ। ਉਹ ਕਹਿੰਦਾ ਹੈ ਕਿ ਹੁਣ ਮੂੰਹ ਵਿੱਚ ਹੋਏ ਜ਼ਖਮਾਂ ਕਾਰਨ ਉਹ ਸੱਪ ਦਾ ਜ਼ਹਿਰ ਨਹੀਂ ਚੂਸ ਸਕਿਆ ਕਰੇਗੀ। ਉਹ ਘੜੇ ਵੱਲ ਵੱਧਦੀ ਹੈ, ਪਰ ਉਹ ਘੜੇ ਨੂੰ ਪਿੱਛੇ ਕਿ ਉਸਨੂੰ ਪਾਣੀ ਨਹੀਂ ਪੀਣ ਦਿੰਦਾ ਤੇ ਕਹਿੰਦਾ ਹੈ ਕਿ ਉਹ ਨਾ ਉਸਨੂੰ ਜਿਉਂਦਿਆਂ ਵਿੱਚ ਰਹਿਣ ਦੇਵੇਗਾ ਤੇ ਨਾ ਮੰਨਿਆਂ ਵਿੱਚ। ਫਿਰ ਕਰਮਚੰਦ ਚਲਾ ਜਾਂਦਾ ਹੈ ਤੇ ਨੂਰੀ ਘੜੇ ਕੋਲ ਪਹੁੰਚ ਜਾਂਦੀ ਹੈ ਤੇ ਉਹ ਚੁਲੀਆਂ ਭਰਦੀ ਹੈ ਤੇ ਕੁਝ ਵਿੱਚ ਆਉਂਦੀ ਹੈ। ਘੜੇ ਵਿੱਚ ਪਾਣੀ ਪੀ ਕੇ ਤੇ ਮੂੰਹ ਉੱਤੇ ਛਿੱਟੇ ਮਾਰ ਕੇ ਉਹ ਕੁਝ ਹੋਸ਼ ਵਿੱਚ ਆਉਂਦੀ ਹੈ। ਮੂੰਹ ਵਿੱਚ ਖੂਨ ਨਿਕਲਣਾ ਬੰਦ ਨਾ ਹੋਣ ਕਰਕੇ ਉਹ ਇੱਕ ਕੱਪੜਾ ਮੂੰਹ ਵਿੱਚ ਪਾ ਕੇ ਬੈਠ ਜਾਂਦੀ ਹੈ। ਇੰਨੇ ਨੂੰ ਡਾਕਟਰ ਟਾਰਚਲੀ ਉੱਥੇ ਪਹੁੰਚ ਜਾਂਦਾ ਹੈ। ਉਹ ਡੋਲੀ ਨੂੰ ਸੌਂਪ ਲੜਨ ਨਾਲ ਬੇਸੁਰਤ ਹੋਈ ਦੱਸਦਾ ਹੋਇਆ ਨੂਰੀ ਨੂੰ ਜਲਦੀ ਤੁਰਨ ਲਈ ਕਹਿੰਦਾ ਹੈ। ਨੂਰੀ ਬੋਲਦੀ ਨਹੀਂ। ਡਾਕਟਰ ਉਸਨੂੰ ਆਪਣੇ ਪਿਆਰ ਦਾ ਵਾਸਤਾ ਪਾ ਕੇ ਤੁਰਨ ਲਈ ਕਹਿੰਦਾ
ਹੈ। ਹਨੇਰੇ ਕਰਦੇ ਡਾਕਟਰ ਨੂੰ ਨੂਰੀ ਦੀ ਹਾਲਤ ਦਾ ਪਤਾ ਨਹੀਂ ਲੱਗਦਾ। ਉਹ ਡਿਕਡਲ ਖਾਦੀ ਉਸਦੇ ਅੱਗੇ ਤੁਰ ਪੈਂਦੀ ਹੈ। ਨੂਰੀ ਦੇ ਘਰ ਪਹੁੰਚਣ ਤੇ ਮਾਤਾ ਜੀ ਉਸ ਦਾ ਵਿਰੋਧ ਕਰਦੀ ਹੈ ਤੇ ਉਸ ਨੂੰ ਬੁਰਾ ਭਲਾ ਕਹਿੰਦੀ ਹੈ। ਡਾਕਟਰ ਮਾਤਾ ਨੂੰ ਪਰ ਕੁਰਸੀ ਵੱਲ ਧੱਕ ਕੇ ਬਿਠਾ ਦਿੰਦਾ ਹੈ। ਨਹੀਂ, ਜ਼ਖਮ ਤੋਂ ਜ਼ਹਿਰ ਚੂਸਦੀ ਤੇ ਖੂਨ ਜ਼ਮੀਨ ਤੇ ਥੋੜੀ ਜਾਂਦੀ ਹੈ। ਸਵੇਰ ਚੜ੍ਹਨ ਤੱਕ ਡੋਲੀ ਅੱਖਾਂ ਖੋਲ੍ਹ ਲੈਂਦੀ ਹੈ ਪਰ ਨਹੀਂ ਮਰ ਜਾਂਦੀ ਹੈ। ਨਾਲ ਹੀ ਗੀਤ ਦੀ ਆਵਾਜ਼ ਗੂੰਜਦੀ ਹੈ ਕਿ ਜਿਹੜੀ ਨੂਰੀ ਨਾਗਾਂ ਦਾ ਜ਼ਹਿਰ ਚੂਸਦੀ ਰਹੀ ਸੀ, ਉਹ ਮਨੁੱਖੀ ਨਾਗਾ ਹੱਥੋਂ ਮਰ ਜਾਂਦੀ ਹੈ। ਇਸ ਪਿੱਛੋਂ ਮੱਸਿਆ ਦੀ ਰਾਤ ਨੂੰ ਨਹੀਂ ਦੀ ਸਮਾਧ ਉੱਤੇ ਦੀਵਾ ਜਗਦਾ ਦਿਖਾਈ ਦਿੰਦਾ ਹੈ। ਉਸ ਦੀ ਰੋਸ਼ਨੀ ਵਿੱਚ ਮਜ਼ਾਰ ਦੇ ਪਿੱਛੇ ਸਫਦ ਪਹਿਰਾਵੇ ਵਿੱਚ ਨਹੀਂ ਬੈਠੀ ਦਿਖਾਈ ਦਿੰਦੀ ਹੈ। ਮੰਚ ਦੇ ਪਿਛਲੇ ਪਾਸਿਓਂ ਨਾਟਕ ਦੇ ਬਾਕੀ ਕਲਾਕਾਰ ਇਹ ਇੱਕ ਦੀਵਾ ਫੜੀ ਰੰਗ ਮੰਚ ਉੱਤੇ ਆਉਂਦੇ ਹਨ। ਪਿੱਠ ਭੂਮੀ ਤੋਂ ਆਵਾਜ਼ ਆਉਂਦੀ ਹੈ ਕਿ ਨੂਰੀ ਦੀ ਯਾਦ ਹਮੇਸ਼ਾ ਜ਼ਿੰਦਾ ਰਹੇਗੀ ਤੇ ਦੀਵੇ ਦੀ ਇੱਕ ਕੁਆਰੀ ਲਾਟ ਹਨੇਰਿਆਂ ਵਿਰੁੱਧ ਤੋਂ ਮੁੱਢਲੇ ਸਮਾਜੀ ਫਾਸਲੇ ਮਿਟਾਉਣ ਲਈ ਸੰਘਰਸ਼ ਕਰਦੀ ਰਹੇਗੀ।